ਕਿਸੇ ਨੇ ਕਹਿਤਾ ਸੀ ਕਿ ਬਰਾਂਡੀ ਦਾ ਇੱਕ ਚਮਚ ਤੂੰ ਲੈ ਲਿਆ ਕਰ। ਬਰਾੜ ਸਾਹਿਬ ਨੇ ਇੱਕ ਗੱਲ ਕੀਤੀ ਸੀ ਕਿ ਵੇ ਤੂੰ ਵੰਨ ਬਿਸਤਰਾ ਮਾਈਆ ਤੁਰ ਜਾਏਗਾ ਲੇਹ ਲਦਾਖ, ਮੈਂ ਆਉਂਗਾ ਛੁੱਟੀ ਲੈ ਕੇ ਆਉਂਦੇ ਚੇਤ ਵਿਸਾਖ। ਬਸ ਉਹ ਕਮੀ ਤਾਂ ਹੈਗੀ ਉਹ ਕਮੀ ਤਾਂ ਰਹਿਣੀ ਹੈ। ਅੱਜ ਆਪਾਂ ਮਲਕੇ ਪਿੰਡ ਦੇ ਵਿੱਚ ਆ ਭੈਣੇ, ਜਿਵੇਂ ਕਹਿੰਦੇ ਹੁੰਦੇ ਆ ਪਿੰਡ ਆ ਜਿਹੜਾ ਉਹ ਸਭ ਤੋਂ ਨੇੜੇ ਹੁੰਦਾ ਗਾ। ਮੇਰਾ ਜਦੋਂ ਵਿਆਹ ਹੋਇਆ ਸੀ ਉਦੋਂ ਅਸੀਂ ਪਿੰਡ ਹੀ ਸੀਗੇ ਪਹਿਲਾਂ। ਕੋਈ ਆ ਗਿਆ, ਕੋਈ ਚਲਾ ਗਿਆ, ਕੋਈ ਆ ਗਿਆ, ਮਤਲਬ ਹੁਣ ਘਰ ਸੁਨਸਾਨ ਪਿਆ ਏ। ਤੇ ਮੈਨੂੰ ਇਹ ਵੀ ਪਤਾ ਲੱਗਿਆ ਸੀ ਕਿ ਉਹ ਤੁਹਾਡੇ ਲਈ ਵੀ ਤਲਵਾਰਾਂ ਤੇ ਤੁਰਨ ਵਾਲਾ ਕੰਮ ਕੀਤਾ ਉਹਨਾਂ ਨੇ। ਤੁਹਾਡਾ ਵਿਆਹ, ਤੁਹਾਡੀ ਜਿਹੜਾ ਪ੍ਰੇਮ ਵਿਆਹ ਸੀ, ਤੁਹਾਡੀ ਲਵ ਮੈਰਿਜ ਸੀਗੀ। ਮੈਂ ਜਦੋਂ ਮਲਕੇ ਆਉਂਦੀ ਹਾਂ ਮੈਂ ਬਹੁਤ ਮਿਸ ਕਰਦੀ ਹਾਂ ਸਭ ਕੁਝ। ਸਾਡੀ ਮੈਰਿਜ ਤੋਂ ਬਾਅਦ ਫਿਰ ਸਾਡੀ ਵਾਰੀ ਰੰਗ ਮੁੱਕਿਆ। ਹੁਣ ਤਾਂ ਫਿਰ ਸਾਰੇ ਰਿਕਾਰਡ ਹੀ ਤੋੜਤੇ ਸੀ। ਸਾਰੇ ਰਿਕਾਰਡ ਹੀ ਤੋੜਤੇ। ਬਿਲਕੁਲ। ਰਾਜ ਬਰਾੜ ਹੁਣੀ ਘਾਟਾ ਖਾ ਗਏ ਸੀਗੇ, ਉਹਨਾਂ ਨੇ ਫਿਲਮ ਕਰ ਲਈ ਸੀ, ਪੰਗਾ ਲੈ ਲਿਆ ਸੀ, ਫਿਲਮ ਚੱਲੀ ਨਹੀਂ। 2-3 ਕਿੱਲੇ ਪਿੰਡ ਚੋਂ ਜ਼ਮੀਨ ਵੀ ਵਿਕ ਗਈ ਸੀ। ਨਹੀਂ, ਘਾਟਾ ਸੀ ਜ਼ਰੂਰ ਖਾਦਾ ਸੀ ਕਾਫੀ। ਸਾਡੇ ਪਿੰਡੋਂ ਤਾਂ ਕੁਛ ਲੋਕ ਇਹੋ ਜਿਹੇ ਉਹਨਾਂ ਨੂੰ ਮਿਲੇ, ਉਹਨਾਂ ਦੀ ਲਾਈਫ 'ਚ ਕੁਛ ਇਹੋ ਜਿਹੇ ਲੋਕ ਆਏ ਜਿਨ੍ਹਾਂ ਨੇ ਬਸ ਜਿਸ ਦਿਨ ਉਹ ਲਾਸਟ ਟਾਈਮ ਘਰੋਂ ਹਸਪੀਟਲ ਗਏ ਆ ਤਾਂ ਸਾਨੂੰ ਉਸ ਦਿਨ ਵੀ ਨਹੀਂ ਸੀ ਕੁਛ ਇੱਦਾਂ ਕਿ ਇੱਦਾਂ ਮਤਲਬ ਇਹਨਾਂ ਨੇ ਵਾਪਸ ਹੀ ਨਹੀਂ ਆਉਣਾ ਹੋਣਾ। ਉਸ ਤੋਂ ਬਾਅਦ ਥੋੜਾ ਬਰਾੜ ਸਾਹਿਬ ਅਪਸੈਟ ਵੀ ਹੋਏ, ਬਟ ਉਹਨਾਂ ਹਿੰਮਤ ਨਹੀਂ ਸੀ ਛੱਡੀ। ਵੈਸੇ ਕਮ ਸੇ ਕਮ ਜਿਨ੍ਹਾਂ ਨੂੰ ਸਟੈਂਡ ਕੀਤਾ ਹੈ ਉਹ ਤੇ ਘੱਟੋ ਘੱਟ ਆ ਕੇ ਪੁੱਛਦੇ ਸਾਨੂੰ ਨਾ, ਉਹ ਤੇ ਸਾਡੇ ਕੋਲ ਆਉਂਦੇ। Press the bell icon and never miss a video from Daily Awaaz. ਹਰ ਰੀਝ ਅਧੂਰੀ ਦਿਲ ਵਾਲੀ ਮੇਰੀ ਹੱਸ ਕੇ ਦੁਖੜੇ ਜਰਦੀ ਦੀ, ਐਡਾ ਖਤ ਲਿਖ ਕੇ ਪਾ ਸੱਜਣਾ ਮੇਰੀ ਉਮਰ ਬੀਤ ਜੇ ਪੜਦੀ ਦੀ। ਜਦੋਂ ਗੱਲ ਚੱਲਦੀ ਹੈ ਰਾਜ ਬਰਾੜ ਸਾਹਿਬ ਦੀ ਤਾਂ ਉਹਨਾਂ ਦੇ ਗਾਏ ਹੋਏ ਗਾਣੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੇ ਆਏ ਨੇ। ਰਾਜ ਬਰਾੜ ਸਾਹਿਬ ਦੀ ਲੇਖਣੀ ਦੇ ਨਾਲ ਨਾਲ ਉਹਨਾਂ ਦੀ ਆਵਾਜ਼ ਅਜਿਹੀ ਸੀ ਕਿ ਹਰ ਇੱਕ ਦਾ ਮਨ ਮੋਹੰਦੀ ਸੀ। ਰਾਜ ਬਰਾੜ ਸਾਹਿਬ ਦੀ ਗਾਇਕੀ ਨੂੰ ਦੁਨੀਆ ਅੱਜ ਵੀ ਸਲਾਮ ਕਰਦੀ ਹੈ। ਅੱਜ ਸਾਡੀ ਟੀਮ ਪੁੱਜੀ ਹੋਈ ਹੈ ਜ਼ਿਲ੍ਹਾ ਮੋਗਾ ਦੇ ਪਿੰਡ ਮਲਕੇ ਦੇ ਵਿੱਚ। ਮਲਕੇ ਪਿੰਡ ਰਾਜ ਬਰਾੜ ਜੀ ਦਾ ਜੱਦੀ ਪਿੰਡ ਹੈ। ਅਸੀਂ ਉਹਨਾਂ ਖੇਤਾਂ ਦੇ ਵਿੱਚ ਹੀ ਖੜ੍ਹੇ ਹਾਂ, ਉਹਨਾਂ ਜਗ੍ਹਾ 'ਤੇ ਹੀ ਖੜ੍ਹੇ ਹਾਂ ਜਿੱਥੇ ਰਾਜ ਬਰਾੜ ਸਾਹਿਬ ਕਿਸੇ ਸਮੇਂ ਖੇਡਦੇ ਹੁੰਦੇ ਸੀ। ਇਹਨਾਂ ਜਗ੍ਹਾ 'ਤੇ ਇੱਥੇ ਰਹਿੰਦੇ ਹੁੰਦੇ ਸੀ। ਰਾਜ ਬਰਾੜ ਸਾਹਿਬ ਦੀ ਜ਼ਿੰਦਗੀ ਬਾਰੇ ਗੱਲਬਾਤ ਕਰਨ ਲਈ ਅੱਜ ਉਹਨਾਂ ਦੀ ਧਰਮ ਪਤਨੀ ਬਲਵਿੰਦਰ ਬਰਾੜ, ਬਿੰਦੂ ਬਰਾੜ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਬਰਾੜ ਸਾਹਿਬ ਕਿਹੋ ਜਿਹੀ ਜ਼ਿੰਦਗੀ ਜਿਉਂ ਕੇ ਗਏ ਨੇ, ਕਿਹੋ ਜਿਹਾ ਉਹਨਾਂ ਦਾ ਸੁਭਾਅ ਸੀ ਤੇ ਕਿਵੇਂ ਇੰਡਸਟਰੀ ਦੇ ਵਿੱਚ ਵਿਚਰੇ ਨੇ। ਤੁਸੀਂ ਜੁੜੇ ਰਹੋ ਸਾਡੇ ਨਾਲ। ਆਪਾਂ ਮਿਲਦੇ ਹਾਂ ਬਿੰਦੂ ਬਰਾੜ ਜੀ ਉਹਨਾਂ ਨੂੰ। ਜਦੋਂ ਬਰਾੜ ਸਾਹਿਬ ਦੀ ਗੱਲ ਚੱਲਦੀ ਹੈ ਤਾਂ ਪੰਜਾਬੀਆਂ ਦੇ ਮਨਾਂ 'ਤੇ ਉਹਨਾਂ ਦੇ ਗਾਏ ਹੋਏ ਗਾਣੇ ਜਿਹੜੇ ਅਕਸਰ ਗੂੰਜਦੇ ਨੇ, ਕਿਉਂਕਿ ਮੇਰੇ ਖਿਆਲ ਦੇ ਵਿੱਚ ਕੋਈ ਗਾਣਾ ਹੋਏਗਾ ਜਿਹੜਾ ਬਰਾੜ ਸਾਹਿਬ ਦਾ ਸੁਪਰ ਡੁਪਰ ਹਿੱਟ ਨਾ ਗਿਆ ਹੋਵੇ। ਵਿਆਹਾਂ ਦਾ ਸਮਾਗਮ ਹੋਵੇ, ਕੋਈ ਵੀ ਸਮਾਗਮ ਹੋਵੇ, ਕਿਤੇ ਵੀ ਗੱਲਬਾਤ ਹੋਵੇ ਤਾਂ ਰਾਜ ਬਰਾੜ ਜੀ ਉਹਨਾਂ ਦੇ ਗਾਏ ਹੋਏ ਗਾਣਿਆਂ ਨੂੰ ਲੋਕ ਅਕਸਰ ਗੁਣਗੁਣਾਉਂਦੇ ਨੇ, ਸੁਣਦੇ ਨੇ, ਉਹਨਾਂ ਦੇ ਗਾਣਿਆਂ 'ਤੇ ਨੱਚਦੇ ਟੱਪਦੇ ਸੀ। ਬਰਾੜ ਸਾਹਿਬ ਦੀ ਜ਼ਿੰਦਗੀ ਬਾਰੇ ਅਕਸਰ ਹੀ ਗੱਲਬਾਤ ਹੁੰਦੀ ਰਹਿੰਦੀ ਹੈ। ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ, ਇਸ ਗੱਲਬਾਤ ਦੇ ਵਿੱਚ ਭੈਣ ਬਿੰਦੂ ਬਰਾੜ ਹੁਣੀ ਨੇ, ਬਰਾੜ ਸਾਹਿਬ ਦੀ ਧਰਮ ਪਤਨੀ। ਬਰਾੜ ਸਾਹਿਬ ਦੀ ਜ਼ਿੰਦਗੀ ਬਾਰੇ ਜਿੰਨਾ ਕੁ ਵੀ ਅੱਗੇ ਤੁਸੀਂ ਜਾਣਿਆ, ਆਪਾਂ ਕੋਸ਼ਿਸ਼ ਕਰਾਂਗੇ ਕਿ ਥੋੜ੍ਹਾ ਹਟ ਕੇ ਹੋਰ ਵੀ ਗੱਲਬਾਤ ਕੀਤੀ ਜਾਵੇ ਪਰਿਵਾਰ ਬਾਰੇ, ਬਰਾੜ ਸਾਹਿਬ ਦੀ ਜ਼ਿੰਦਗੀ ਬਾਰੇ। ਭੈਣ ਬਿੰਦੂ ਬਰਾੜ ਹੁਣੀ ਅੱਜ ਕੀ ਸੋਚਦੇ ਨੇ ਤੇ ਕਿਹੋ ਜਿਹੇ ਮੋੜ 'ਤੇ ਖੜ੍ਹੇ ਨੇ, ਉਸ ਮਾਹੌਲ ਨੂੰ ਕਿਵੇਂ ਵੇਖਦੇ ਨੇ ਜੋ ਅੱਜ ਦੀ ਜ਼ਿੰਦਗੀ ਦੇ ਵਿੱਚ ਉਹ ਹੰਢਾ ਰਹੇ ਨੇ। ਬਰਾੜ ਸਾਹਿਬ ਦੀਆਂ ਢੇਰ ਸਾਰੀਆਂ ਯਾਦਾਂ ਅੱਜ ਆਪਾਂ ਉਹਨਾਂ ਨਾਲ ਸਾਂਝੀਆਂ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਭੈਣੇ ਤੁਹਾਡਾ। ਸਤਿ ਸ਼੍ਰੀ ਅਕਾਲ ਵੀਰੇ, ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ। ਸਾਰੇ ਆਡੀਅנס ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਰਾੜ ਸਾਹਿਬ ਨੇ ਇੱਕ ਗੱਲ ਕੀਤੀ ਸੀ ਕਿ ਵੇ ਤੂੰ ਵੰਨ ਬਿਸਤਰਾ ਮਾਈਆ ਤੁਰ ਜਾਏਗਾ ਲੇਹ ਲਦਾਖ, ਮੈਂ ਆਉਂਗਾ ਛੁੱਟੀ ਲੈ ਕੇ ਆਉਂਦੇ ਚੇਤ ਵਿਸਾਖ। ਬਹੁਤ ਸਾਰੇ ਚੇਤ ਵਿਸਾਖ ਲੰਘੇ, ਬਰਾੜ ਸਾਹਿਬ ਚਲੇ ਗਏ, ਤੇ ਕਿਵੇਂ ਵੇਖਦੇ ਹੋ ਉਹਨਾਂ ਦਿਨਾਂ ਨੂੰ, ਕਿਵੇਂ ਯਾਦ ਕਰਦੇ ਹੋ ਜਦੋਂ ਇਕੱਠੇ ਹੁੰਦੇ ਸੀ? ਬਿਲਕੁਲ ਵੀਰੇ, ਮੇਰੇ ਲਈ ਤਾਂ ਇੱਕ ਇੱਕ ਪਲ ਇੱਕ ਸਦੀ ਵਾਂਗ ਲੰਘਦਾ ਜੀ। ਐਕਚੁਅਲੀ ਉਹ ਜਿਹੜੇ ਬਿਤਾਏ ਹਰ ਪਲ, ਇੱਕ ਇੱਕ ਜੋ ਵੀ ਸੀ ਜਿੱਦਾਂ ਸੀ ਲਾਈਫ, ਬਸ ਇਹ ਆ ਕਿ ਜੀਣਾ ਪੈਂਦਾ। ਜੀ ਜੀ। ਬਾਕੀ ਇੰਨਾ ਸ਼ੁਕਰ ਹੈ ਰੱਬ ਦਾ, ਮੇਰੇ ਕੋਲ ਪਿਆਰੇ ਜਿਹੇ 2 ਬੱਚੇ ਆ। ਬਿਲਕੁਲ। ਜਿਨ੍ਹਾਂ ਨਾਲ ਮੈਂ ਵਧੀਆ ਜ਼ਿੰਦਗੀ ਗੁਜ਼ਾਰ ਰਹੀ ਹਾਂ ਜੀ। ਬਸ ਉਹ ਕਮੀ ਤਾਂ ਹੈਗੀ ਉਹ ਕਮੀ ਤਾਂ ਰਹਿਣੀ ਹੈ ਜੀ ਜੀ। ਅੱਜ ਆਪਾਂ ਮਲਕੇ ਪਿੰਡ ਦੇ ਵਿੱਚ ਆ ਭੈਣੇ, ਜਿਵੇਂ ਕਹਿੰਦੇ ਹੁੰਦੇ ਆ ਪਿੰਡ ਆ ਜਿਹੜਾ ਉਹ ਸਭ ਤੋਂ ਨੇੜੇ ਹੁੰਦਾ ਗਾ। ਖਾਸ ਕਰਕੇ ਇੱਕ ਗਾਇਕ ਜਦੋਂ ਉੱਠਦਾ ਤਾਂ ਉਹਨੂੰ ਪਿੰਡ ਵਾਲੇ ਸਭ ਤੋਂ ਪਹਿਲਾਂ ਪਿਆਰ ਦਿੰਦੇ ਨੇ। ਪਹਿਲਾਂ ਰਾਜ ਮਲਕਿਆਂ ਵਾਲਾ ਕਹਿੰਦੇ ਹੁੰਦੇ ਸੀਗੇ ਜਦੋਂ ਗੀਤਕਾਰੀ ਦੇ ਵਿੱਚ ਸੀ, ਫਿਰ ਰਾਜ ਬਰਾੜ ਬਣ ਗਏ ਤੇ ਉਸ ਤੋਂ ਬਾਅਦ ਤਾਂ ਫਿਰ ਚੱਲ ਸੋ ਚੱਲ ਹੀ ਹੋ ਗਈ।
ਪਿੰਡ ਦੀਆਂ ਕੁਝ ਯਾਦਾਂ ਦੱਸੋ ਜਦੋਂ ਤੁਸੀਂ ਇੱਥੇ ਹੁੰਦੇ ਸੀ ਜਾਂ ਬਰਾੜ ਸਾਹਿਬ ਹੁਣ ਦਾ ਸ਼ੁਰੂਆਤੀ ਸਮਾਂ ਸੀਗਾ ਜਦੋਂ ਤੁਹਾਡੇ ਨਾਲ ਉਹ ਗੱਲਾਂ ਬਾਤਾਂ ਉਹਨਾਂ ਸਮਿਆਂ 'ਚ ਕਰਦੇ ਹੁੰਦੇ ਹੋਣਗੇ ਆਪਣੀ ਗਾਇਕੀ ਨੂੰ ਲੈ ਕੇ, ਗੀਤਕਾਰੀ ਨੂੰ ਲੈ ਕੇ। ਐਕਚੁਅਲੀ ਮੇਰਾ ਜਦੋਂ ਵਿਆਹ ਹੋਇਆ ਸੀ ਉਦੋਂ ਅਸੀਂ ਪਿੰਡ ਹੀ ਸੀਗੇ ਪਹਿਲਾਂ। ਅੱਛਾ। ਤਾਂ ਬਰਾੜ ਸਾਹਿਬ ਨੇ ਤਾਂ ਆਉਣਾ ਜਾਣਾ ਹੀ ਹੁੰਦਾ ਸੀਗਾ। ਜੀ ਜੀ। ਕਦੀ ਪਿੰਡ ਕਦੀ ਚੰਡੀਗੜ੍ਹ ਰਹਿੰਦੇ ਸੀਗੇ ਜੀ ਜੀ। ਉਦੋਂ ਵੀ ਚੰਡੀਗੜ੍ਹ ਹੀ ਸੀਗੇ ਉਹ। ਅੱਛਾ। ਤਾਂ ਉਹ ਇੱਕ ਹੁੰਦਾ ਨਾ, ਉਦੋਂ ਫੋਨ ਵੀ ਹੈ ਨਹੀਂ ਸੀਗੇ ਤਾਂ ਮੈਨੂੰ ਯਾਦ ਹੈ ਕਿ ਸਪੈਸ਼ਲ ਫੋਨ ਨਹੀਂ ਹੁੰਦਾ ਜਿਹੜਾ ਵਾਇਰ ਵਾਲਾ ਸਮਾਲ ਸਰ ਤੋਂ ਜਾਂ ਐਸਟੀਡੀ ਪੀਸੀ ਉੱਤੇ ਜਾਂਦੇ ਹੁੰਦੇ ਸੀ ਉਹ ਨਹੀਂ, ਜਦੋਂ ਸਮਾਲ ਸਰ ਤੋਂ ਵਾਇਰ ਪੂਰੀ ਆਈ ਸੀ ਸਾਡੇ ਘਰ ਤੱਕ ਤੇ ਮੈਨੂੰ ਯਾਦ ਆ ਕਿ ਉਹਦੇ ਤੇ ਉਹਨਾਂ ਦੀ ਕਾਲ ਆਉਂਦੀ ਹੁੰਦੀ ਸੀ। ਕਦੇ ਉਹ ਦਿੱਲੀ ਹੁੰਦੇ ਸੀਗੇ, ਕਦੀ ਜਿੱਦਾਂ ਜੇ ਬਾਹਰ ਵੀ ਜਾਂਦੇ ਸੀਗੇ, ਚੰਡੀਗੜ੍ਹ ਹੁੰਦੇ ਸੀਗੇ। ਤਾਂ ਉਹ ਤੀਜੇ ਦਿਨ ਕੋਈ ਨਾ ਕੋਈ ਪਿੰਡਾਂ 'ਚ ਜਿਵੇਂ ਨਹੀਂ ਹੁੰਦੇ ਨੌਟੀ ਜਿਹੇ ਲੋਕ ਉਹ ਕਿਸੇ ਨਾ ਕਿਸੇ ਨੇ ਤੋੜ ਦੇਣੀ, ਫੇਰ ਡੰਡੇ ਲੈ ਕੇ ਉਹ ਜੇ ਫਲਾਣੇ ਤੋਂ ਟੁੱਟ ਗਈ ਉੱਥੋਂ। ਉਹ ਫਨੀ ਵੀ ਬੜਾ ਹੁੰਦਾ ਸੀ ਬਟ ਉਹ ਚਲਾਉਂਦੇ ਹੁੰਦੇ ਸੀ। ਮੈਨੂੰ ਉਹ ਬਹੁਤ ਚੰਗਾ ਲੱਗਦਾ ਸੀ। ਉਹਨਾਂ ਨੂੰ ਐ ਸੀ ਕਿ ਘਰ ਹੈਗੀ ਹੈ ਤਾਂ ਚਲੋ ਮੈਂ ਗੱਲ ਕਰੂੰਗਾ। ਬਿਲਕੁਲ ਬਿਲਕੁਲ। ਸੋ ਬਾਕੀ ਪਿੰਡ ਦਾ ਜਿਹੜਾ ਮਾਹੌਲ ਹੁੰਦਾ ਹੈ, ਉਹ ਪਿੰਡ ਦੀ ਸਵੇਰ ਜੀ ਜੀ ਜੋ ਇਕੱਠਿਆਂ ਦੀ ਗਰਮੀਆਂ 'ਚ ਛੱਤ ਤੇ ਸਾਰਾ, ਮਤਲਬ ਹਰ ਚੀਜ਼ ਮੈਂ ਜਦੋਂ ਮੰਨ ਕੇ ਆਉਣੀ ਮੈਂ ਬਹੁਤ ਮਿਸ ਕਰਦੀ ਹਾਂ ਸਭ ਕੁਝ। ਕਿਉਂਕਿ ਖਾਸ ਤੌਰ ਤੇ ਸਭ ਤੋਂ ਵੱਡੀ ਗੱਲ ਤਾਂ ਮੇਰੇ ਮਨ 'ਚ ਇਹ ਹੈ, ਜਿਵੇਂ ਅੱਜ ਆਪਾਂ ਖੇਤਾਂ 'ਚ ਤੁਰੇ ਜਾ ਰਹੇ ਹਾਂਗੇ ਇੱਥੇ, ਆਪਾਂ ਉਹਨਾਂ ਨੂੰ ਤੁਸੀਂ ਖਾਸ ਕਰਕੇ ਉਸ ਮੌਕੇ ਤੇ ਜ਼ਿਆਦਾ ਯਾਦ ਕਰਦੇ ਹੋਵੋਗੇ ਵੀ ਇਸੇ ਮਿੱਟੀ ਦੇ ਸੀਗੇ ਉਹ। ਬਿਲਕੁਲ ਬਿਲਕੁਲ। ਅਸੀਂ ਅੱਜ ਬਰਾੜ ਸਾਹਿਬ ਦਾ ਬਰਥਡੇ ਵੀ ਆ ਜੀ ਤੇ ਉਹਨਾਂ ਦਾ ਸੰਸਕਾਰ ਵੀ ਇਸੇ ਦਿਨ ਹੀ ਹੋਇਆ ਸੀ ਤੇ ਇਹਨਾਂ ਨੂੰ। ਤਾਂ ਅਸੀਂ ਹਰ ਵਾਰੀ ਇਸ ਸਾਲ ਪਿੰਡ ਆਉਣੇ ਆ ਸਾਲ ਦੇ ਐਂਡ 'ਚ, ਜਦੋਂ ਫਿਰ ਅਸੀਂ ਅਖੰਡ ਪਾਠ ਸਾਹਿਬ ਕਰਵਾਉਣੇ ਆ ਉਹਨਾਂ ਦੀ ਯਾਦ 'ਚ, ਉਹਨਾਂ ਨੂੰ ਯਾਦ ਕਰਦੇ ਆ, ਸਾਰੇ ਇਕੱਠੇ ਹੁੰਦੇ ਆ ਜੀ। ਤਾਂ ਚੰਗਾ ਲੱਗਦਾ ਹੈ। ਪਿੰਡ ਦੇ ਵੀ ਸਾਰੇ ਆਉਂਦੇ ਆ, ਬੜਾ ਪਿਆਰ ਦਿੰਦੇ ਆ ਜੀ। ਤਾਂ ਬਸ ਭੁੱਲਣ ਵਾਲੀ ਚੀਜ਼ ਹੈ ਨਹੀਂ ਕਿ ਕੋਈ ਨਹੀਂ ਬੋਲਦਾ। ਜਿਹੜਾ ਵੀ ਮੈਨੂੰ ਇੱਥੇ ਜਿੰਨੇ ਜਾਣੇ ਮਿਲਦੇ ਆ ਉਹ ਇੰਨਾ ਉਹਨਾਂ ਦੀਆਂ ਯਾਦਾਂ ਸਾਂਝੀਆਂ ਕਰਦੇ ਆ, ਗੱਲਾਂ ਕਰਦੇ ਨੇ ਬਹੁਤ। ਫਿਰ ਉਹ ਮੈਨੂੰ ਤਾਂ ਇਦਾਂ ਲੱਗਦਾ ਹੁੰਦਾ ਕਿ ਵਿੱਚ ਹੀ ਸਾਡੇ ਤੁਰੇ ਫਿਰਦੇ ਆ ਜਿੱਦਾਂ ਉਹ ਯਾਦਾਂ ਸਾਰਾ ਕੁਝ। ਬਰਾੜ ਸਾਹਿਬ ਬਾਰੇ ਜਦੋਂ ਭੈਣੇ ਕੋਈ ਗੱਲ ਕਰਦਾ ਤਾਂ ਅਕਸਰ ਹੀ ਸੁਣਨ ਨੂੰ ਮਿਲਦਾ, ਜਦੋਂ ਵੀ ਉਹਨਾਂ ਦੇ ਚਹੇਤਿਆਂ ਤੋਂ, ਉਹਨਾਂ ਨੂੰ ਚਾਹਣ ਵਾਲਿਆਂ ਤੋਂ, ਉਹਨਾਂ ਨੂੰ ਜਾਣਨ ਵਾਲਿਆਂ ਤੋਂ ਗੱਲਾਂ ਬਾਤਾਂ ਕਰੀਦੀਆਂ, ਜਦੋਂ ਪੁੱਛੀਦਾ ਵੀ ਰਾਜ ਬਰਾੜ ਹੋਣਾ ਨੂੰ ਤੁਸੀਂ ਕਿਵੇਂ ਵੇਖਦੇ ਹੋ, ਤਾਂ ਸਾਰੇ ਦੱਸਦੇ ਨੇ ਕਿ ਉਹ ਬੜੇ ਬੇਵਾਕ ਸੀਗੇ, ਬੜੇ ਖੁੱਲੇ ਜਿਹੇ ਸੁਭਾਅ ਦੇ ਸੀ, ਹਰ ਗੱਲ ਕਹਿੰਦੇ ਬੜੀ ਜਲਦੀ ਕਹਿ ਦਿੰਦੇ ਸੀਗੇ। ਪਰਿਵਾਰ 'ਚ ਘਰ ਆਏ ਜਾਂ ਇਵੇਂ ਸੀ ਸਾਰਾ ਕੁਝ ਵੀ ਆਮ ਜ਼ਿੰਦਗੀ, ਜਿਵੇਂ ਤੁਹਾਡੇ ਸਾਹਮਣੇ ਤਾਂ ਗਾਇਕ ਘਰੇ ਆਉਂਦੇ ਹੋਣਗੇ, ਗੀਤਕਾਰ ਆਉਂਦੇ ਹੋਣਗੇ, ਲੋਕ ਆਉਂਦੇ ਹੋਣਗੇ, ਉਹਨਾਂ ਨੂੰ ਮਿਲਦੇ ਗਿਲਦੇ ਸੀਗੇ, ਇਸੇ ਤਰ੍ਹਾਂ ਹੀ ਸੀਗੇ? ਬਿਲਕੁਲ। ਇੱਕ ਬੜੀ ਪਿਆਰੀ ਜੀ ਹਮੇਸ਼ਾ ਇੱਕ ਮਹਿਫਿਲ ਲੱਗੀ ਰਹਿੰਦੀ ਸੀਗੀ। ਅੱਛਾ। ਕੋਈ ਆ ਗਿਆ, ਕੋਈ ਚਲਾ ਗਿਆ, ਕੋਈ ਆ ਗਿਆ, ਮਤਲਬ ਹੁਣ ਘਰ ਸੁਨਸਾਨ ਪਿਆ ਏ। ਉਦੋਂ ਇਦਾਂ ਹੀ ਸੀ, ਘਰ ਦੇ ਵੀ ਸਾਰੇ ਅਸੀਂ ਇਕੱਠੇ ਹੋ ਕੇ, ਹੁਣ ਤਾਂ ਤਕਰੀਬਨ ਆਲਮੋਸਟ ਸਾਰੇ ਬੱਚੇ ਬਾਹਰ ਬੂਰ ਚਲੇ ਗਏ ਹੈਗੇ ਆ, ਬਹੁਤ ਹੀ ਮਾਹੌਲ ਬਦਲ ਗਿਆ। ਤਾਂ ਮੈਨੂੰ ਤਾਂ ਵੈਸੇ ਹੀ ਸਾਰਾ ਕੁਝ ਸੁਣਨਾ ਲੱਗਦਾ ਬਰਾੜ ਸਾਹਿਬ ਗੈਰ। ਬਿਲਕੁਲ। ਤਾਂ ਬਸ ਉਦੋਂ ਮਾਹੌਲ ਕੁਝ ਹੋਰ ਸੀਗਾ। ਜੀ ਜੀ ਜੀ। ਮੈਂ ਤੁਹਾਡੀ ਉਹ ਪਿਆਰੀ ਜੀ ਜ਼ਿੰਦਗੀ ਨੂੰ ਯਾਦ ਕਰਨਾ ਚਾਹੂੰਗਾ ਜਦੋਂ ਬਰਾੜ ਸਾਹਿਬ ਗੱਲ ਕਰਦੇ ਹੁੰਦੇ ਆ ਕਿ ਹੀਰ ਦੀ ਖਾਤਰ ਰਾਂਝਾ ਜੇਕਰ ਕੰਨ ਪੜਵਾ ਸਕਦਾ, ਮੱਥਾ ਨਾਲ ਪਹਾੜਾਂ ਦੇ ਫਰਿਆਦ ਲਗਾ ਸਕਦਾ, ਫਿਕਰ ਕਰੀ ਨਾ ਭੋਰਾ ਰੱਖ ਭਰੋਸਾ ਯਾਰਾਂ ਤੇ, ਤੇਰੀ ਖਾਤਰ ਤੁਰ ਜੂੰਗਾ ਨੰਗੀਆਂ ਤਲਵਾਰਾਂ ਤੇ। ਮੈਨੂੰ ਇਹ ਵੀ ਪਤਾ ਲੱਗਿਆ ਸੀ ਕਿ ਉਹ ਤੁਹਾਡੇ ਲਈ ਵੀ ਤਲਵਾਰਾਂ ਤੇ ਤੁਰਨ ਵਾਲਾ ਕੰਮ ਕੀਤਾ ਉਹਨਾਂ ਨੇ। ਤੁਹਾਡਾ ਵਿਆਹ, ਤੁਹਾਡੀ ਜਿਹੜਾ ਪ੍ਰੇਮ ਵਿਆਹ ਸੀ, ਤੁਹਾਡੀ ਲਵ ਮੈਰਿਜ ਸੀਗੀ। ਬਿਲਕੁਲ। ਐਕਚੁਅਲੀ ਲਵ ਕਮ ਅਰੇਂਜ ਨਹੀਂ, ਅਰੇਂਜ ਕਮ ਲਵ ਕਹਿ ਸਕਦੇ ਆ। ਪਹਿਲਾਂ ਅਰੇਂਜ ਆਈ? ਹਾਂਜੀ। ਮੈਂ ਤੇ ਬਰਾੜ ਸਾਹਿਬ ਦੀ ਸਿਸਟਰ, ਅਸੀਂ ਦੋਨੋਂ ਇਕੱਠੇ ਪੜ੍ਹਦੇ ਸੀ ਫਿਰੋਜ਼ਪੁਰ ਜੀ, ਹੋਸਟਲ 'ਚ ਸੀਗੇ ਅਸੀਂ। ਅੱਛਾ। ਤੇ ਦੈਨ ਪਹਿਲਾਂ ਉਹਨੇ ਗੱਲ ਚਲਾਈ ਸੀ ਕਿ ਹਾਂ, ਕਿਉਂਕਿ ਅਸੀਂ ਬਹੁਤ, ਸਾਡਾ ਪਿਆਰ ਆ ਭੈਣ ਹੋਣਾ। ਹਾਂਜੀ ਬਿਲਕੁਲ, ਬਹੁਤ ਪਿਆਰ ਸੀ। ਉੱਥੇ ਵੀ ਕਾਲਜ ਟਾਈਮ ਜਦੋਂ ਅਸੀਂ ਇਕੱਠੇ ਸੀ ਤਾਂ ਉਹਨੇ ਗੱਲ ਸਟਾਰਟ ਕੀਤੀ ਸੀ ਕਿ ਬਿੰਦੂ ਮੈਂ ਤੈਨੂੰ ਆਪਣੇ ਘਰ ਦੇਖਣਾ ਚਾਹੁੰਦੀ ਆ। ਅੱਛਾ। ਤਾਂ ਉਹ ਫਿਰ ਸ਼ਾਇਦ ਉਹਨੇ ਬਰਾੜ ਸਾਹਿਬ ਨਾਲ ਵੀ ਗੱਲ ਕੀਤੀ, ਬਸ ਮਤਲਬ ਅਰੇਂਜ ਇਦਾਂ ਹੋਇਆ ਸੀ। ਫਿਰ ਜ਼ਰੂਰ ਲਵ ਹੋਇਆ ਸੀ ਜੀ। ਤਾਂ ਅਸੀਂ ਕਾਫੀ ਵੇਟ ਕੀਤੀ ਇੱਕ ਦੂਸਰੇ ਦੀ, ਥੋੜੇ ਬਹੁਤ ਇਸ਼ੂਜ਼ ਹੋਏ ਬਟ ਜ਼ਿਆਦਾ ਨਹੀਂ, ਬੜਾ ਈਜ਼ੀਲੀ ਦੋਵਾਂ ਪਰਿਵਾਰਾਂ ਨੇ ਸਾਨੂੰ ਪਿਆਰ ਨਾਲ ਅਪਣਾਇਆ। ਅੱਛਾ। ਐਂਡ ਫਿਰ ਬਸ ਫਿਰ ਉਹ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਅਸੀਂ ਵਧੀਆ ਢੰਗ ਨਾਲ। ਅੱਛਾ। ਉਦੋਂ ਬਰਾੜ ਸਾਹਿਬ ਸੀਗੇ ਚਰਚਾ 'ਚ ਪੂਰੇ? ਉਦੋਂ ਇਹ ਗੀਤਕਾਰ ਸੀਗੇ। ਅੱਛਾ। ਉਦੋਂ ਲਿਖਦੇ ਸੀ ਖਾਲੀ। ਜਦ ਸਾਡੇ ਵਿਆਹ ਤੋਂ ਥੋੜੀ ਦੇਰ ਪਹਿਲਾਂ ਇਹਨਾਂ ਦੀ ਕੈਸਟ ਆਈ ਸੀ ਬੰਤੋ, ਜਿਹੜੀ ਪਹਿਲੀ ਕੈਸਟ। ਹਾਂ, ਪਹਿਲੀ ਕੈਸਟ ਸੀ ਬੰਤੋ। ਉਦੋਂ ਪਤਾ ਨਹੀਂ, ਉਹ ਮੈਨੂੰ ਲੱਗਦਾ ਵਧੀਆ ਤਾਂ ਬਹੁਤ ਸੀ ਉਹ, ਬਟ ਉਹ ਇੰਨੀ ਚਰਚਾ 'ਚ ਨਹੀਂ ਸੀ ਆਈ। ਸਾਡੀ ਮੈਰਿਜ ਤੋਂ ਬਾਅਦ ਫਿਰ ਸਾਡੀ ਵਾਰੀ ਰੰਗ ਮੁੱਕਿਆ, ਹੁਣ ਤਾਂ ਫਿਰ ਸਾਰੇ ਰਿਕਾਰਡ ਹੀ ਤੋੜਤੇ ਸੀ। ਸਾਰੇ ਰਿਕਾਰਡ ਹੀ ਤੋੜਤੇ। ਬਿਲਕੁਲ। ਇਹਦਾ ਮਤਲਬ ਤੁਹਾਡੇ ਵੀ ਰੰਗ ਫਿਰ ਉਦੋਂ ਭਰੇ ਗਏ। ਬਿਲਕੁਲ। ਹਾਂਜੀ। ਪਰ ਪਤਾ ਨਹੀਂ ਕਿਉਂ ਫਿਰ ਮੁੱਕ ਗਏ, ਆਈ ਡੋਂਟ ਨੋ, ਬਟ ਫਿਰ ਵੀ I'm happy, ਮੇਰੇ ਕੋਲ ਬੱਚੇ ਆ। ਬਿਲਕੁਲ।
ਭੈਣੇ ਅਕਸਰ ਹੀ ਲੋਕ ਕਹਿ ਦਿੰਦੇ ਆ ਵੀ ਰਾਜ ਬਰਾੜ ਹੁਣੀ ਘਾਟਾ ਖਾ ਗਏ ਸੀਗੇ, ਉਹਨਾਂ ਨੇ ਫਿਲਮ ਕਰ ਲਈ ਸੀ, ਪੰਗਾ ਲੈ ਲਿਆ ਸੀ, ਫਿਲਮ ਚੱਲੀ ਨਹੀਂ, 2-3 ਕਿੱਲੇ ਪਿੰਡ 'ਚੋਂ ਜ਼ਮੀਨ ਵੀ ਵਿਕ ਗਈ ਸੀ। ਇਹ ਗੱਲਾਂ ਸੁਣੀਆਂ ਸੁਣਾਈਆਂ ਨੇ, ਉਹੀ ਮੂੰਹ ਗੱਲਾਂ ਨੇ, ਮੂੰਹੋਂ ਮੂੰਹੀ, ਜਾਂ ਕੋਈ ਹੈ ਇਹਨਾਂ 'ਚ ਤਸੱਲੀ ਵਾਲੀ ਗੱਲ? ਨਹੀਂ, ਘਾਟਾ ਸੀ ਜ਼ਰੂਰ ਖਾਦਾ ਸੀ ਕਾਫੀ। ਸਾਡੇ ਪਿੰਡੋਂ ਤਾਂ ਨਹੀਂ, ਸਾਡੀ ਕੋਠੀ ਵਿਕ ਗਈ ਸੀ ਮੋਹਾਲੀ ਵਾਲੀ। ਅੱਛਾ, ਮੋਹਾਲੀ ਸਾਡੀ ਕੋਠੀ ਸੀਗੀ ਕਨਾਲ ਦੀ, 3 ਮੰਜ਼ਲੀ ਕੋਠੀ ਸੀਗੀ। ਜਦੋਂ ਪਹਿਲੀ ਮੂਵੀ ਕੀਤੀ ਆ ਤਾਂ ਫਿਰ ਉਹਦੇ 'ਚ ਉਹ ਸਾਡੀ ਚਲੀ ਗਈ ਸੀ। ਅੱਛਾ, ਹਾਂ, ਉਹ ਜ਼ਰੂਰ ਗਈ ਸੀ। ਘਾਟਾ ਵੀ ਬਹੁਤ ਖਾਦਾ ਸੀਗਾ। ਤਾਂ ਬਸ ਉਸ ਤੋਂ ਬਾਅਦ ਥੋੜਾ ਬਰਾੜ ਸਾਹਿਬ ਅਪਸੈਟ ਵੀ ਹੋਏ, ਬਟ ਉਹਨਾਂ ਹਿੰਮਤ ਨਹੀਂ ਸੀ ਛੱਡੀ। ਵੈਸੇ ਸ਼ਾਇਦ ਇਹ ਜਿਹੜੀ ਮੈਂ ਹੁਣ ਹਿੰਮਤ ਮੇਰੇ 'ਚ ਅੱਜ ਦਿਖਦੀ ਹੈ, ਸ਼ਾਇਦ ਮੈਂ ਉਹਨਾਂ ਤੋਂ ਹੀ ਸਿੱਖੀ ਆ। ਅੱਛਾ। ਹਾਂ, ਜਦੋਂ ਕਦੇ ਘਰੇ ਆਉਂਦੇ ਸੀਗੇ, ਜਦੋਂ ਉਹ ਮਾਹੌਲ ਸੀਗਾ ਵੀ ਬਿੰਦੂ ਆਪਾਂ ਉਹ ਗੱਲ ਨਹੀਂ ਹੈਗੀ ਹੁਣ ਵੀ ਜਿੰਨੇ ਪੈਸੇ ਕਮਾਉਣੇ ਸੀ ਉਹਨੇ ਨਹੀਂ ਕਮਾਏਗੇ, ਤੁਹਾਡੇ ਨਾਲ ਦਿਲ ਹੌਲਾ ਕਰਦੇ ਹੋਣਗੇ, ਸਾਂਝਾ ਕਰਦੇ ਹੋਣਗੇ, ਉਦੋਂ ਕੀ ਕਹਿੰਦੇ ਹੁੰਦੇ ਸੀਗੇ ਵੀ ਆਪਾਂ ਨਿਕਲਾਂਗੇ ਇਹ ਚੀਜ਼ ਚੋਂ ਜਾਂ ਔਖਾ ਨਿਕਲਣਾ? ਕੋਈ ਤਾਂ ਗੱਲਾਂ ਹੁੰਦੀਆਂ ਹੋਣਗੀਆਂ ਤੁਹਾਡੀਆਂ ਆਪਸ ਵਿੱਚ। ਐਕਚੁਅਲੀ ਮੈਨੂੰ ਕਦੇ ਉਹਨਾਂ ਨੇ ਪ੍ਰੋਬਲਮ ਆਉਣ ਹੀ ਨਹੀਂ ਦਿੱਤੀ, ਮੈਨੂੰ, ਬੱਚਿਆਂ ਨੂੰ, ਸਾਨੂੰ ਕਦੇ ਵੀ ਮਤਲਬ ਇਹ ਫੀਲ ਹੀ ਨਹੀਂ ਹੋਣ ਦਿੱਤਾ ਕਿ ਕੋਈ ਇਹੋ ਜਿਹਾ, ਕਿਉਂਕਿ ਇੰਨਾ ਤਾਂ ਉਹ ਕਮਾਉਂਦੇ ਤੇ ਐਂਡ ਤੱਕ ਪੈਸਾ ਤਾਂ ਬਹੁਤ ਕਮਾਇਆ ਉਹਨਾਂ ਨੇ। ਅੱਛਾ। ਬਸ ਉਹ ਘਰ ਨਹੀਂ ਰਿਹਾ ਸੀ, ਉਹ ਇੱਕ ਅਲੱਗ ਗੱਲ ਸੀਗੀ। ਪਰ ਸਾਨੂੰ, ਮੈਂ ਤਾਂ ਕੁਈਨ ਸੀ, ਕਿੰਗ ਦੀ, ਤਾਂ ਰਾਜੇ ਦੀ ਰਾਣੀ ਸੀਗੀ ਉਦੋਂ, ਤਾਂ ਉਹਨਾਂ ਨੇ ਮੈਨੂੰ ਐਂ ਰੱਖਿਆ ਸੀ। ਸਾਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ। ਤਾਂ ਉਹ ਇੱਕ ਹੁੰਦਾ ਨਹੀਂ, ਘਰ ਦਾ ਇੱਕ ਅਲੱਗ ਸਿਸਟਮ ਹੁੰਦਾ, ਇੱਕ ਬਿਜ਼ਨਸ ਕੋਈ ਵੀ ਹੋਵੇ ਉਹਦੇ 'ਚ ਵਾਧੇ ਘਾਟੇ ਹੁੰਦੇ ਰਹਿੰਦੇ ਨੇ। ਸੋ ਉਹ ਚੀਜ਼ ਸੀਗੀ। ਜੀ ਜੀ। ਹਾਂ, ਪਰ ਸਾਨੂੰ, ਅਸੀਂ ਤਾਂ ਵਧੀਆ ਲਾਈਫ ਜੀ ਸੀਗੀ। ਬਿਲਕੁਲ। ਹਾਂ। ਬਰਾੜ ਸਾਹਿਬ ਇੱਕ ਬੜੇ ਵਧੀਆ ਗੀਤਕਾਰ ਵੀ ਸੀਗੇ, ਸੰਗੀਤਕਾਰ ਵੀ ਸੀਗੇ, ਗਾਇਕ ਵੀ ਸੀਗੇ, ਤੇ ਇੱਕ ਉਸ ਤੋਂ ਬਾਅਦ ਕਿ ਇੱਕ ਚੋਟੀ ਦੇ ਇਨਸਾਨ ਵੀ ਸੀਗੇ। ਬਿਲਕੁਲ। ਤੁਸੀਂ ਉਹਨਾਂ ਦੀ ਜ਼ਿੰਦਗੀ ਦੇ ਕਿਹੜੇ ਪੱਖ ਨੂੰ ਬਹੁਤ ਮਾਣਿਆ, ਜਿਹਨੂੰ ਤੁਸੀਂ ਸੋਚਦੇ ਹੋ ਵੀ ਮੈਨੂੰ ਤਾਂ ਇਨਸਾਨ ਹੀ ਬਹੁਤ ਵਧੀਆ ਲੱਗਦਾ ਸੀ, ਜਾਂ ਮੈਨੂੰ ਉਹਨਾਂ ਦੇ ਗਾਣੇ ਬੜੇ ਵਧੀਆ ਲੱਗਦੇ ਸੀ? ਤੁਹਾਨੂੰ ਕੀ ਉਹਨਾਂ ਦਾ ਚੰਗਾ ਲੱਗਦਾ ਸੀਗਾ? ਐਕਚੁਅਲੀ ਜਦੋਂ ਮੈਨੂੰ ਮਿਲੇ ਸੀ ਉਦੋਂ ਗੀਤਕਾਰ ਸੀਗੇ, ਤਾਂ ਮੈਨੂੰ ਉਹਨਾਂ ਦੇ ਗਾਣੇ ਬੜੇ ਚੰਗੇ ਲੱਗਦੇ ਸੀ। ਮੇਰੇ ਲਈ ਉਹਨਾਂ ਨੇ ਸਪੈਸ਼ਲ ਕੁਝ ਗਾਣੇ ਲਿਖੇ ਵੀ ਸੀ, ਜਿਵੇਂ ਚਿੱਠੀ ਨਾ ਪਾ ਸਕਾਂ ਤਾਂ ਨਾ ਸਮਝੀ, ਤੈਨੂੰ ਪਿਆਰ ਨਹੀਂ ਕਰਦਾ। ਉਦੋਂ ਫੋਨ ਤਾਂ ਹੁੰਦੇ ਨਹੀਂ ਸੀ, ਸੋ ਚਿੱਠੀਆਂ ਰਾਹੀਂ ਅਸੀਂ ਇੱਕ ਦੂਜੇ ਨਾਲ ਆਪਣੇ ਪਿਆਰ ਦੀ ਜਿਹੜੀ ਸਾਂਝ ਸੀ ਉਹ ਸਾਡੀ ਬਰਕਰਾਰ ਹੁੰਦੀ ਸੀ। ਅੱਛਾ। ਤਾਂ ਉਹ 1-2 ਵਾਰੀ ਲੇਟ ਹੋ ਗਏ ਸੀ, ਤੇ ਮੈਂ ਉਹਨਾਂ ਨੂੰ ਵੈਸੇ ਕਿਹਾ ਸੀ, ਮੈਂ ਕਿਹਾ ਵੀ ਤੁਹਾਡੀ ਚਿੱਠੀ ਨਹੀਂ ਆਈ ਮੈਨੂੰ, ਮੈਂ ਹੋਸਟਲ 'ਚ ਹੁੰਦੀ ਸੀ ਉਦੋਂ। ਜੀ ਜੀ। ਤਾਂ ਉਹਨਾਂ ਨੇ ਇੱਥੇ ਇਹਦੇ ਤੇ ਹੀ ਇੱਕ Song ਬਣਾ ਦਿੱਤਾ ਸੀ। ਚਿੱਠੀ ਤੁਸੀਂ ਡਾਕ ਰਾਹੀਂ ਭੇਜ ਦਿੰਦੇ ਹੁੰਦੇ ਸੀ? ਹਾਂਜੀ, ਬਾਈ ਪੋਸਟ। ਹਾਂ, ਕਿਉਂਕਿ ਉਹ ਚੰਡੀਗੜ੍ਹ ਹੁੰਦੇ ਸੀ, ਕਦੇ ਦਿੱਲੀ ਹੁੰਦੇ ਸੀ ਜ਼ਿਆਦਾ, ਤਾਂ ਮੈਂ ਫਿਰੋਜ਼ਪੁਰ ਸੀ, ਤਾਂ ਅਸੀਂ ਪੋਸਟ ਹੀ ਕਰਦੇ ਸੀਗੇ। ਜੀ ਜੀ। ਤਾਂ ਉਦੋਂ ਉਹਨਾਂ ਨੇ ਫਿਰ ਲਿਖਿਆ ਸੀ ਕਿ ਚਿੱਠੀ ਨਾ ਪਾ ਸਕਾਂ ਤਾਂ ਨਾ ਸਮਝੀ, ਕਿ ਤੈਨੂੰ ਪਿਆਰ ਨਹੀਂ ਕਰਦਾ। ਬਹੁਤ ਸੋਹਣਾ, ਬੜਾ ਪਿਆਰਾ Song ਹੈ ਉਹ। ਬਾਕੀ ਜਦੋਂ ਮੈਂ ਹੋਸਟਲ ਸੀ ਤਾਂ ਗਿੱਧੇ ਗੁੱਦੇ 'ਚ ਕਾਫੀ ਪਾਰਟਿਸਿਪੇਟ ਕੀਤਾ ਸੀ। ਭਿੱਜ ਗਈ ਕੁੜਤੀ ਲਾਲ ਹਰਭਜਨ ਮਾਨ ਦਾ Song ਉਹ ਲਿਖਿਆ ਸੀ ਉਹਨਾਂ ਨੇ। ਹਾਂ ਜੀ ਜੀ। ਤਾਂ ਇੱਦਾਂ ਕੁਛ ਗਾਣੇ ਮੇਰੇ ਲਈ ਵੀ ਲਿਖੇ ਸੀ, ਸੋ ਮੈਨੂੰ ਉਦੋਂ ਉਹ ਗੀਤਕਾਰ ਪਸੰਦ ਸੀਗੇ। ਅੱਛਾ। ਫਿਰ ਇਨਸਾਨ ਤਾਂ ਚਲੋ ਵਧੀਆ, ਇਨਸਾਨ ਤਾਂ ਮੈਨੂੰ ਲੋਕ ਦੱਸਦੇ ਆ ਕਿ ਉਹ ਕਿੰਨੇ ਵਧੀਆ ਸੀ, ਕਿਉਂਕਿ ਤੁਹਾਨੂੰ ਘਰ ਤੋਂ ਬਾਹਰ ਜ਼ਿਆਦਾ ਪਤਾ ਲੱਗਦਾ ਹੈ ਕਿ ਕੋਈ ਇਨਸਾਨ ਕਿਹੋ ਜਿਹਾ ਹੈਗਾ। ਬਿਲਕੁਲ। ਤਾਂ ਬਾਕੀ ਐਜ਼ ਅ ਹਸਬੈਂਡ, ਐਜ਼ ਅ ਫਾਦਰ, ਉਹ ਤਾਂ ਬਹੁਤ ਹੀ ਵਧੀਆ ਸੀਗੇ। ਬਸ ਪਤਾ ਨਹੀਂ ਕੋਈ ਚੀਜ਼ ਸਾਡੀ ਕਿਸਮਤ 'ਚ, ਸਭ ਨੂੰ ਪਤਾ ਹੈ ਉਹ ਚੀਜ਼ ਕਿਉਂ ਆਈ, ਆਈ ਡੋਂਟ ਨੋ, ਜਿਹੜੀ ਸਾਨੂੰ ਲੈ ਕੇ ਬੈਠ ਗਈ। ਜੀ ਜੀ ਜੀ। ਸ਼ਾਇਦ ਕੁਛ, ਕਿਉਂਕਿ ਉਹ ਖੁਦ ਬੜੇ ਚੰਗੇ ਸੀ, ਤਾਂ ਉਹ ਨਾ ਦੂਜਿਆਂ ਤੇ ਟਰਸਟ ਬਹੁਤ ਛੇਤੀ ਕਰਦੇ ਸੀ। ਅੱਛਾ। ਮਤਲਬ ਜਿਹਦੇ ਤੇ ਵੀ ਜੋ ਉਹਨਾਂ ਨੇ ਟਰਸਟ ਕਰਨਾ ਹੈ, ਜੋ ਉਹਨਾਂ ਦਾ ਫੇਥ, ਕਿਉਂਕਿ ਜਿਹੜਾ ਇਨਸਾਨ ਜਿਹੋ ਜਿਹਾ ਹੋਊਗਾ ਨਾ, ਉਹ ਅਗਲੇ ਨੂੰ ਉਹੋ ਜਿਹਾ ਹੀ ਸਮਝਦਾ, ਉਵੇਂ ਹੀ ਸਮਝ ਲੈਂਦਾ ਵੀ ਮੇਰੇ ਵਾਂਗੂ ਹੀ ਆ। ਤੇ ਕੁਛ ਲੋਕ ਇਹੋ ਜਿਹੇ ਉਹਨਾਂ ਨੂੰ ਮਿਲੇ, ਉਹਨਾਂ ਦੀ ਲਾਈਫ 'ਚ ਕੁਛ ਇਹੋ ਜਿਹੇ ਲੋਕ ਆਏ ਜਿਨ੍ਹਾਂ ਨੇ ਬਸ, ਆਈ ਡੋਂਟ ਨੋ, ਮੈਂ ਵੈਸੇ ਕਿਸੇ ਨੂੰ ਦੋਸ਼ ਨਹੀਂ ਹੋਣ ਦੇਣਾ ਚਾਹੁੰਦੀ, ਬਹੁਤ ਲੰਬਾ ਸਮਾਂ ਹੋ ਗਿਆ। ਤਾਂ ਕੁਛ ਆਲਾ ਦੁਆਲਾ ਉਹਨਾਂ ਦਾ ਇਹੋ ਜਿਹਾ ਹੋ ਗਿਆ ਕਿ ਉਹ ਸ਼ਾਇਦ ਉਹਨਾਂ ਨੂੰ ਗਾਈਡੈਂਸ ਸਹੀ ਨਹੀਂ ਮਿਲੀ, ਜਾਂ ਉਹ ਖੁਦ ਸਹੀ ਫੈਸਲੇ ਨਹੀਂ ਕੁਛ ਕਰ ਸਕੇ। ਇੱਕ ਗੱਲਬਾਤ ਸੀ ਜਿਹਦੇ 'ਚ ਰਾਜ ਬਰਾੜ ਸਾਹਿਬ ਇੱਕ ਗੱਲ ਆਖਦੇ ਆਗੇ, ਕਿਸੇ ਮੁਲਾਕਾਤ ਦੇ ਦੌਰਾਨ ਉਹ ਕਹਿੰਦੇ ਆ ਕਿ ਉਹਨਾਂ ਨੂੰ ਸਵਾਲ ਹੋਇਆ ਸੀ ਕਿ ਤੁਸੀਂ ਕਿਉਂ ਇੰਨੀ ਸ਼ਰਾਬ ਪੀਂਦੇ ਹੋ, ਜਾਂ ਕਿਉਂ ਪੀਂਦੇ ਹੋ, ਘੱਟ ਪੀਂਦੇ ਹੋ, ਵੱਧ ਪੀਂਦੇ ਹੋ? ਤਾਂ ਉਹ ਕਹਿੰਦੇ ਸੀਗੇ, ਕਹਿੰਦੇ ਮੈਨੂੰ ਲਾਇਆ ਨਹੀਂ ਕਿਸੇ ਨੇ, ਪਰ ਮੈਨੂੰ ਕਿਸੇ ਨੇ ਗਾਈਡ ਗਲਤ ਕਰਤਾ ਵੀ ਸ਼ਾਇਦ ਉਹਨਾਂ ਨੂੰ ਛਿੱਕਾਂ ਜ਼ਿਆਦਾ ਆਉਂਦੀਆਂ ਹੁੰਦੀਆਂ ਸੀ, ਅਲਰਜੀ ਦੀ ਪ੍ਰੋਬਲਮ ਸੀ। ਤਾਂ ਉਹ ਕਿਸੇ ਨੇ ਕਹਿਤਾ ਸੀ ਕਿ ਬਰਾਂਡੀ ਦਾ 1 ਚਮਚ ਤੂੰ ਲੈ ਲਿਆ ਕਰ। ਅੱਛਾ। ਤਾਂ ਉਹਦੇ ਨਾਲ ਤੈਨੂੰ ਕਾਫੀ ਰਿਲੀਫ ਮਿਲ, ਕਿਉਂਕਿ ਉਹ ਤਾਂ ਬਿਲਕੁਲ ਜਿਹੜੇ ਪੀਂਦੇ ਸੀ ਉਹਨਾਂ ਦੇ ਨੇੜੇ ਵੀ ਨਹੀਂ ਸੀ ਬੈਠਦੇ ਹੁੰਦੇ। ਇਹ ਵੀ ਸਮਾਂ ਰਿਹਾ? ਪੀਂਦੇ ਨਹੀਂ ਸੀ। ਹਾਂਜੀ, ਪੀਂਦੇ, ਹਾਂ, ਪੀਣ ਵਾਲਿਆਂ ਦੇ ਨੇੜੇ ਵੀ ਬੈਠ ਕੇ ਉਹਨਾਂ ਨੂੰ ਲਾਈਕ ਚੱਕਰ ਟਾਈਪ ਏਦਾਂ ਸਿਰ ਘੁੰਮ ਜਾਂਦਾ ਸੀਗਾ। ਅੱਛਾ। ਤਾਂ ਉਹ ਕਿਸੇ ਨੇ ਇਦਾਂ ਕਿਹਾ, ਤਾਂ ਬਸ ਉਹਨਾਂ ਨੇ ਉਹ ਅਲਰਜੀ ਕਰਕੇ ਉਹ 1 ਚਮਚ ਸਟਾਰਟ ਹੋਇਆ, ਉਹ 1 ਚਮਚ ਸਾਡੀ ਜ਼ਿੰਦਗੀ ਦਾ ਅਜਾਬ ਬਣ ਗਿਆ। ਬਿਲਕੁਲ ਬਿਲਕੁਲ। ਤੁਹਾਨੂੰ ਕਦੇ ਲੱਗਦਾ ਸੀਗਾ ਵੀ ਗੀਤਕਾਰੀ ਤੋਂ ਗਾਇਕੀ 'ਚ ਆ ਗਏ, ਆਜੋ ਤੁਰਦੇ ਆਪਾਂ ਥੋੜਾ ਜਿਹਾ, ਗਾਇਕੀ ਤੋਂ ਫਿਲਮਾਂ 'ਚ ਆ ਗਏ, ਫਿਲਮਾਂ ਤੋਂ ਉਹ ਲੋਕਾਂ ਦੇ ਦਿਲਾਂ 'ਚ ਆ ਗਏ, ਵਿਦੇਸ਼ਾਂ ਦੇ ਟੂਰ ਲਾਏ ਉਹਨਾਂ ਨੇ, ਤੁਹਾਨੂੰ ਕਿਤੇ ਲੱਗਦਾ ਸੀ ਵੀ ਬਰਾੜ ਸਾਹਿਬ ਐਂ ਚਲੇ ਜਾਣਗੇ, ਇੰਨੀ ਜਲਦੀ ਚਲੇ ਜਾਣਗੇ, ਜਾਂ ਇੱਕਦਮ ਇੰਨਾ ਘਾਟਾ ਪੈ ਜਾਊਗਾ?
ਐਕਚੁਅਲੀ ਬਿਲਕੁਲ ਵੀ ਨਹੀਂ। ਵੈਸੇ ਤਾਂ ਅਸੀਂ ਕੋਈ ਵੀ ਗਲਤ ਚੀਜ਼ ਕਦੀ ਨਹੀਂ ਕੁਝ ਸੋਚਦੇ ਹੁੰਦੇ ਅਸੀਂ ਕਿ ਸਾਡੇ ਨਾਲ ਕੁਝ ਬੁਰਾ ਹੋਊਗਾ, ਬਟ ਬਰਾੜ ਸਾਹਿਬ ਜਿੰਨੇ ਜ਼ਿੰਦਾ ਦਿਲ ਸੀਗੇ, ਜਿੰਨਾ ਉਹ ਡਿੱਗ ਕੇ ਉੱਠਦੇ ਸੀਗੇ, ਤਾਂ ਮਤਲਬ ਉਹ ਕਦੇ ਵੀ ਨਹੀਂ ਮੈਨੂੰ ਤਾਂ ਲੱਗੇ ਨਹੀਂ। ਈਵਨ ਜਿਸ ਦਿਨ ਉਹ ਲਾਸਟ ਟਾਈਮ ਘਰੋਂ ਹਸਪੀਟਲ ਗਏ ਆ, ਤਾਂ ਸਾਨੂੰ ਉਸ ਦਿਨ ਵੀ ਨਹੀਂ ਸੀ ਕੁਛ ਇੱਦਾਂ ਕਿ ਇੱਦਾਂ ਮਤਲਬ ਇਹਨਾਂ ਨੇ ਵਾਪਸ ਹੀ ਨਹੀਂ ਆਉਣਾ ਹੋਣਾ, ਇਹੋ ਜਿਹਾ ਕੁਛ ਨਹੀਂ ਸੀਗਾ। ਤਾਂ ਮਤਲਬ ਉਹਨਾਂ ਦੀ ਜ਼ਿੰਦਾ ਦਿਲੀ, ਉਹਨਾਂ ਦਾ ਜਿੱਦਾਂ ਵੀ ਜਦੋਂ ਜ਼ਿਆਦਾ ਕਦੀ ਡਰਿੰਕ ਹੋ ਜਾਂਦੀ ਸੀ ਜਾਂ ਕੁਛ, ਤਾਂ ਉਹ ਹਸਪੀਟਲ ਮੈਨੂੰ ਜਾਣ ਲੱਗਿਆ ਕਹਿ ਕੇ ਜਾਂਦੇ ਬਿੰਦੂ ਬਸ 2 ਦਿਨ ਹੁਣੇ ਆਇਆ। ਅੱਛਾ, ਯਾਨੀ ਅਕਸਰ ਹੀ ਉਹਨਾਂ ਨੂੰ ਜਾਣਾ ਪੈਂਦਾ ਸੀ ਕਦੀ ਮਤਲਬ ਜਦੋਂ ਜ਼ਿਆਦਾ ਹੋ ਜਾਣਾ ਜਾਂ ਕੁਛ ਵੀ। ਜੀ ਤਾਂ ਉਹ ਡ੍ਰਿਪ ਵਗੈਰਾ ਉਹਨਾਂ ਨੂੰ ਇਹ ਹੁੰਦਾ, ਉਹ ਹਰ ਗਰਮੀਆਂ ਵੈਸੇ ਹੀ ਡ੍ਰਿਪ ਲਵਾਉਂਦੇ ਹੁੰਦੇ ਸੀ ਪਹਿਲਾਂ ਤੋਂ ਹੀ, ਜਿੱਦਾਂ ਨਾ ਕਿ ਮੈਂ ਤੁਰਦਾ ਫਿਰਦਾ ਜ਼ਿਆਦਾ ਹੈ, ਮੇਰੇ ਤੋਂ ਪਾਣੀ ਨਹੀਂ ਉਹਨਾਂ ਪੀਤਾ ਜਾਂਦਾ, ਹੈਲਥ ਕੌਨਸ਼ੀਅਸ ਸੀਗੇ ਵੈਸੇ। ਹਾਂ, ਤਾਂ ਬਸ ਮੈਂ 2 ਦਿਨ ਡ੍ਰਿਪ ਲਵਾ ਕੇ ਆਇਆ, ਮਤਲਬ ਇਦਾਂ ਕਹਿ ਕੇ ਜਾਂਦੇ ਸੀ। ਮੈਨੂੰ ਉਸ ਦਿਨ ਵੀ ਇਦਾਂ ਹੀ ਸੀ ਕਿ ਬਸ ਜਾਣਗੇ ਤੇ ਆਉਣਗੇ। ਅੱਛਾ, ਪਤਾ ਨਹੀਂ, ਆਈ ਡੋਂਟ ਨੋ। ਉੱਥੇ ਫਿਰ ਕੀ ਸੀ ਟ੍ਰੀਟਮੈਂਟ, ਕਿੰਨਾ ਟਾਈਮ ਉਹਨਾਂ ਨੂੰ ਉੱਥੇ ਰਹਿਣਾ ਪਿਆ, ਤੇ ਜਦੋਂ ਜਾਂਦੇ ਆ ਉਸ ਵਕਤ ਤੁਹਾਨੂੰ ਖਬਰ ਕਦੋਂ ਮਿਲਦੀ ਆ? ਐਕਚੁਅਲੀ ਮੈਂ ਨਾਲ ਹੀ ਸੀ ਉੱਥੇ, ਚੰਡੀਗੜ੍ਹ ਹੀ। ਤੁਸੀਂ ਨਾਲ ਹੀ ਸੀ? ਹਾਂ, ਮੈਂ ਤਾਂ ਚੰਡੀਗੜ੍ਹ ਸੀਗੇ ਹਸਪੀਟਲ, ਮੈਂ ਬੇਟਾ ਨਾਲ ਸੀਗੇ। ਅੱਛਾ, ਕੁਲਦੀਪ ਸੀ ਨਾਲ, ਸਾਡੇ ਨਾਲ ਹੀ ਹੁੰਦਾ ਉਹ। ਜੀ। ਤਾਂ ਇੱਕ ਜਣਾ ਹੋਰ ਸੀਗਾ, ਅਸੀਂ 4-5 ਜਣੇ ਸੀਗੇ ਨਾਲ। ਸੋ ਬਸ ਐਦਾਂ ਹੀ ਹੱਥਾਂ 'ਚੋਂ ਚਲੇ ਗਏ। ਜਦੋਂ ਦੁਗਾਣਾ ਗਾਇਕੀ ਦੀ ਗੱਲ ਚੱਲਦੀ ਹੈ ਨਾ ਭੈਣੇ, ਤਾਂ ਲੋਕ ਕਹਿੰਦੇ ਆ ਦੁਗਾਣਾ ਗਾਇਕੀ ਨੂੰ ਜ਼ਿਆਦਾਤਰ ਬਹੁਤਾ ਆਮ ਪਰਿਵਾਰਾਂ ਦੇ ਵਿੱਚ ਕਹਿੰਦੇ ਵੀ ਪਰਿਵਾਰ 'ਚ ਬਹਿ ਕੇ ਸੁਣਨ ਤੋਂ ਬਚਦੇ ਆ ਲੋਕ, ਵੀ ਪਤਾ ਨਹੀਂ ਕਿੱਦਾਂ ਦਾ ਗਾਣਾ ਹੋਊਗਾ ਇਹ ਜਾਂ ਕਿਵੇਂ ਹੋਊ। ਮੇਰੇ ਖਿਆਲ 'ਚ ਬਰਾੜ ਸਾਹਿਬ ਨੇ ਬੜੇ ਚਿਰ ਬਾਅਦ ਇਹ ਪਿਰਤ ਤੋੜੀ ਤੇ ਉਹਨਾਂ ਨੇ ਪਰਿਵਾਰਾਂ 'ਚ ਬਹਿ ਕੇ ਗਾਣੇ ਸੁਣਨ ਵਾਲੇ ਦੁਗਾਣੇ ਬਣਾਤੇ। ਬਿਲਕੁਲ। ਤੇ ਬੜੇ ਅਰਥ ਭਰਪੂਰ, ਬੜੇ ਰਾਜਨੀਤਿਕ ਤੌਰ ਤੇ ਚੇਤਨ ਕਰਨ ਵਾਲੇ, ਸੱਭਿਆਚਾਰਕ ਤੌਰ ਤੇ ਲੋਕਾਂ ਨੂੰ ਖੜੇ ਕਰਨ ਵਾਲੇ। ਤੇ ਥੋੜੇ ਨਾ ਕਿਤੇ ਦੁਗਾਣਿਆਂ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਸੀ ਵੀ ਮੈਂ ਫਲਾਨੀ ਗਾਇਕਾਂ ਨਾਲ ਗਾਉਣਾ ਜਾਂ ਜਦੋਂ ਦੇਸੀ ਪੌਪ ਕਰਨ ਲੱਗੇ ਤਾਂ ਉਦੋਂ ਉਸ ਤੋਂ ਪਹਿਲਾਂ ਇਹ ਸਾਡੇ ਨਾਲ ਬੜੀ ਘਰੇ ਅਸੀਂ ਇਕੱਠੇ ਬੈਠ ਕੇ ਸਾਰੇ ਜਾਣੇ ਡਿਸਕਸ ਕਰਦੇ ਹੁੰਦੇ ਸੀ ਕੋਈ Song ਉਹਨਾਂ ਨੇ ਬਣਾਉਣਾ। ਮੈਨੂੰ ਕਹਿੰਦੇ ਹੁੰਦੇ ਸੀ ਮੈਂ ਬਿੰਦੂ ਦੇਖੀ ਆ ਲਾਈਨਾਂ ਲਿਖੀਆਂ, ਅੱਛਾ ਕਿਵੇਂ ਆ ਠੀਕ ਲੱਗ ਰਿਹਾ ਜਾਂ ਕੁਛ। ਤਾਂ ਜਦੋਂ ਦੁਗਾਣੇ ਕਰਨੇ ਸੀਗੇ ਤਾਂ ਉਹ ਕਹਿੰਦੇ ਯਾਰ ਮੈਂ ਹਮੇਸ਼ਾ ਦੇਖਦਾ ਕਿ ਦੁਗਾਣਿਆਂ ਨੂੰ ਫੈਮਿਲੀ 'ਚ ਬੈਠ ਕੇ ਨਹੀਂ ਸੁਣਿਆ ਜਾਂਦਾ, ਮੈਂ ਚਾਹੁੰਦਾ ਕਿ ਇਹੋ ਜਿਹੇ ਦੁਗਾਣੇ ਹੋਣ ਕਿ ਪਰਿਵਾਰ ਵੀ ਸੁਣ ਸਕੇ। ਬਿਲਕੁਲ। ਤਾਂ ਮਤਲਬ ਉਹਦੇ 'ਚ ਕੋਈ ਇੱਦਾਂ ਨਾ ਮਹਿਸੂਸ ਹੋਵੇ ਕਿ ਆਹ ਕੀ ਵਰਡਿੰਗ ਹੈ ਜਾਂ ਕਿੱਦਾਂ ਕੀ। ਜੀ। ਸੋ ਮੇਰੇ ਖਿਆਲ 'ਚ ਦੇਸੀ ਪੌਪ ਜਿਹੜੇ ਡੁਇਟ ਆਏ ਸੀਗੇ, ਤਾਂ ਉਹ ਮੈਨੂੰ ਲੱਗਦਾ ਕਿ ਬਰਾੜ ਸਾਹਿਬ ਨੇ ਇੱਕ ਨਵੀਂ ਪਿਰਤ ਜੀ ਪਾਈ ਸੀਗੀ ਉਦੋਂ, ਕਿ ਡੁਇਟ ਜਿਹੜੇ ਉਹ ਬੜੇ ਆਮ ਹੋ ਗਏ ਸੀ। ਹਾਂ, ਸਾਰੇ ਹੀ ਸੁਣ ਸਕਦੇ ਸੀ। ਹੁਣ ਤੱਕ ਵੀ ਮੈਂ ਉਹਨਾਂ ਦੇ ਅਕਸਰ ਹੀ ਸੁਣਦੀ ਰਹਿੰਦੀ ਗਾਣੇ, ਤਾਂ ਅਕਸਰ ਡਿਸਕਸ ਕਰਦੇ ਹੁੰਦੇ ਸੀਗੇ। ਤੁਸੀਂ ਕਦੋਂ ਸੁਣਦੇ ਹੁੰਦੇ ਹੋ ਬਰਾੜ ਸਾਹਿਬ ਦੇ? ਹੁਣ ਗਾਣੇ ਕਦੋਂ ਸੁਣਦੇ ਹੁੰਦੇ ਹੋ? ਜਦੋਂ ਕਦੇ ਤੁਹਾਡਾ ਕਦੋਂ ਮਨ ਹੁੰਦਾ ਵੀ ਮੈਂ ਅੱਜ ਬਰਾੜ ਸਾਹਿਬ ਨੂੰ ਸੁਣਨਾ? ਸੱਚੀ ਗੱਲ ਦੱਸਾਂ ਤੇ ਪਿਛਲੇ 5 ਸਾਲ ਤਾਂ ਮੈਂ ਆਵਾਜ਼ ਸੁਣ ਹੀ ਨਹੀਂ ਸਕੀ, ਮਤਲਬ ਮੇਰੇ ਤੋਂ ਸੁਣਿਆ ਹੀ ਨਹੀਂ ਸੀ ਜਾਂਦਾ ਕੁਝ। ਅੱਛਾ। ਮੈਂ ਉਹਨਾਂ ਦਾ ਕਿਤੇ ਲੱਗਿਆ ਵੀ Song ਸੁਣ ਲੈਂਦੀ ਸੀ ਤਾਂ ਮੈਂ ਕੰਨ ਬੰਦ ਕਰ ਲੈਂਦੀ ਸੀ, ਪਤਾ ਨਹੀਂ ਮੈਨੂੰ ਅੰਦਰੋਂ ਮਤਲਬ ਉਹ ਨਹੀਂ ਸੀ ਮਨ ਖੜਦਾ। ਯਾ ਲਾਈਕ ਫਿਰ ਅਸੀਂ ਹੌਲੀ ਫਿਰ ਬੱਚਿਆਂ ਨੇ, ਹੁਣ ਜਿੱਦਾਂ ਅਸੀਂ ਆਪਣੀ ਕੰਪਨੀ ਨੂੰ ਫਿਰ ਤੋਂ ਸਟੈਂਡ ਕਰ ਰਹੇ ਹਾਂ, ਟੀਮ ਮਿਊਜ਼ਿਕ ਨੂੰ। ਅੱਛਾ। ਤਾਂ ਅਸੀਂ ਬਰਾੜ ਸਾਹਿਬ ਦੇ ਗਾਣੇ ਸਾਡੇ ਕੋਲ ਬਹੁਤ ਸਾਰੇ ਹੋਏ ਪਏ ਆ। ਜੀ। ਅਸੀਂ ਉਹਨਾਂ ਦੇ ਗਾਣੇ 1 by 1 ਛੱਡਦੇ ਰਹਾਂਗੇ ਪਿੱਛੇ। ਹਾਂਜੀ, ਬਿਲਕੁਲ ਉਹਨਾਂ ਦੀ ਆਵਾਜ਼ 'ਚ। ਤਾਂ ਹੁਣ ਅਸੀਂ ਚੰਡੀਗੜ੍ਹ ਡ੍ਰੌਪ ਆਊਟਸ ਕਰਿਆ ਸੀਗਾ Song ਉਹਨਾਂ ਦੀ ਆਵਾਜ਼ 'ਚ। ਹੁਣ ਕੰਪਨੀ ਦਾ ਕੰਮ ਮੈਂ ਦੇਖਦੀ ਹਾਂ ਤਾਂ ਮੈਨੂੰ ਸੁਣਨੀ ਪੈਣੀ ਆਵਾਜ਼। ਸੋ ਮੈਂ ਪਹਿਲਾਂ 1 ਲਾਈਨ 2 ਲਾਈਨਾਂ ਇੱਦਾਂ ਸੁਣ ਕੇ ਆਪਣੇ ਆਪ ਨੂੰ ਰੈਡੀ ਕੀਤਾ, ਤਾਂ ਫਿਰ ਹੁਣ ਮੈਂ ਸੁਣ ਲੈਂਦੀ ਕੋਈ। ਪਰ ਕੁਝ ਗਾਣੇ ਉਹਨਾਂ ਦੇ ਇਹੋ ਜਿਹੇ ਜਿਹੜੇ ਮੇਰੇ ਤੋਂ ਅੱਜ ਵੀ ਨਹੀਂ ਸੁਣੇ ਜਾਂਦੇ, ਮੈਨੂੰ ਮਤਲਬ ਕੁਝ ਹੋਣ ਲੱਗ ਜਾਂਦਾ ਆਵਾਜ਼ ਸੁਣ ਕੇ ਜਾਂ ਕੁਛ। ਕੋਈ ਹੈ ਇਹੋ ਜਿਹਾ ਗਾਣਾ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਸੁਣਦੇ ਹੋ, ਵੀ ਜਿਹਨੂੰ ਅਕਸਰ ਹੀ ਤੁਸੀਂ ਗੁਣਗੁਣਾਉਂਦੇ ਰਹਿੰਦੇ ਹੋ? ਨਹੀਂ, ਮੈਂ ਗੁਣਗੁਣਾਉਂਦੀ ਹਾਂ, ਮੈਂ ਨਹੀਂ ਗੁਣਗੁਣਾਉਂਦੀ ਕੋਈ। ਹਾਂ, ਪਤਾ ਮੈਂ ਗਾਣੇ ਸੁਣਨੇ, ਬਰਾੜ ਸਾਹਿਬ ਦੇ ਜਾਣ ਤੋਂ ਬਾਅਦ ਮੈਂ ਗਾਣੇ ਸੁਣਨੇ ਹੀ ਬੰਦ ਕਰਤੇ ਸੀ। ਮੈਂ ਕਦੇ ਪੰਜਾਬੀ ਗਾਣੇ ਸਾਡੇ ਘਰੇ ਲੱਗੇ ਹੀ ਨਹੀਂ ਸੀ। ਹੁਣ ਬੇਟੀ ਜਿੱਦਾਂ ਇਸ ਫੀਲਡ 'ਚ ਹੈ, ਉਦੋਂ ਦਾ ਟੀਵੀ ਲੱਗਣ ਲੱਗਾ ਥੋੜਾ ਬਹੁਤ, ਬਟ ਮੈਂ ਨਹੀਂ ਸੀ ਸੁਣ ਸਕਦੀ ਹੁੰਦੀ। ਮੈਨੂੰ ਮੇਰਾ ਬਲੈਂਕ ਹੋ ਗਿਆ ਸੀ ਮਾਈਂਡ, ਐਕਚੁਅਲੀ ਮੈਂ ਕੁਝ ਨਹੀਂ ਸੁਣ ਸਕਦੀ ਸੀ। ਅੱਛਾ, ਬਰਾੜ ਸਾਹਿਬ ਨੂੰ ਬੜੇ ਮੁਲਕਾਂ 'ਚ ਘੁੰਮਣ ਦਾ ਮੌਕਾ ਮਿਲਿਆ, ਬੜੇ ਸ਼ੋਅ ਉਹਨਾਂ ਦੇ ਇੱਥੇ ਤਾਂ ਲੱਗਦੇ ਸੀ, ਵਿਦੇਸ਼ਾਂ 'ਚ ਵੀ ਬੜੇ ਪਾਪੂਲਰ ਸ਼ੋਅ ਸੀ ਉਹਨਾਂ ਦੇ, ਬੜੇ ਬੁੱਕ ਹੁੰਦੇ ਸੀਗੇ। ਤੁਸੀਂ ਕਿਤੇ ਨਾਲ ਬਣਿਆ ਸਬੱਬ ਤੁਹਾਡਾ, ਜਾਂਦੇ ਰਹੇ ਹੋ? ਹਾਂਜੀ, ਕੈਨੇਡਾ ਗਏ ਸੀ ਅਸੀਂ, ਸਿੰਗਾਪੁਰ, ਕੈਨੇਡਾ, ਨਿਊਜ਼ੀਲੈਂਡ, ਕਾਫੀ ਜਗ੍ਹਾ ਗਏ ਵੀ ਹਾਂ। ਤਾਂ ਅੱਛਾ ਲੱਗਦਾ ਸੀ। ਲੋਕ ਕਿੰਨੇ ਬਾਹਰਲੇ ਲੋਕ ਤਾਂ ਇੰਨਾ ਪਿਆਰ ਦਿੰਦੇ ਸੀ, ਬਹੁਤ ਹੀ ਜ਼ਿਆਦਾ ਪਿਆਰ ਕਰਦੇ ਸੀ। ਸੋ ਮੈਂ ਦੇਖਿਆ ਉਹਨਾਂ ਦੀ ਸਟੇਜ ਦੇਖ ਕੇ ਮੈਂ ਹਮੇਸ਼ਾ ਇਮੋਸ਼ਨਲ ਹੋ ਜਾਂਦੀ ਸੀ। ਅੱਛਾ, ਉਹ ਮੌਕਾ ਬਣਿਆ ਜਾਨੀ ਜਦੋਂ ਸਟੇਜ ਤੇ ਗਾ ਰਹੇ ਹੁੰਦੇ ਸੀਗੇ? ਬਹੁਤ ਵਾਰੀ ਫਿਰ ਤਾਂ ਕਦੇ ਨਾ ਕਦੇ ਸੰਬੋਧਨ ਵੀ ਕੀਤਾ ਹੋ ਉਹਨਾਂ ਨੇ? ਬਿਲਕੁਲ ਉਹੀ ਚੀਜ਼ ਨਾ ਹਰ ਵਾਰੀ ਕਰਦੇ ਸੀ ਜਦੋਂ ਮੈਂ ਬੈਠੀ ਹੁੰਦੀ ਸੀ, ਤਾਂ ਕੁਝ ਵੀ ਕਹਿ ਕੇ ਕਿ ਮੇਰੀ ਵਾਈਫ ਬੈਠੀ ਹੈ ਬਿੰਦੂ ਬਰਾੜ, ਤਾਂ ਥੋੜਾ ਪਲੀਜ਼ ਉੱਠ ਕੇ ਦਿਖਾਈ, ਮੈਨੂੰ ਕਹਿੰਦੇ ਹੁੰਦੇ ਸੀ। ਸੋ ਇਦਾਂ ਦੇ ਬਹੁਤ ਪਿਆਰੀਆਂ ਯਾਦਾਂ ਵੀ ਹੈਗੀਆਂ। ਜੀ।
ਤੁਹਾਡੇ ਬੱਚੇ ਆ ਜਿਹੜੇ ਪ੍ਰਮਾਤਮਾ ਦੀ ਮਿਹਰ ਨਾਲ ਇੰਡਸਟਰੀ ਦੇ ਵਿੱਚ ਬਹੁਤ ਸੋਹਣਾ ਨਾਂ ਹੁਣ ਸਵਿਤਾਜ ਬਰਾੜ ਉਹਨਾਂ ਦਾ ਸ਼ੁਰੂਆਤੀ ਬੜੀ ਚੰਗੀ ਹੋਈ ਆ ਉਹਨਾਂ ਦੀ। ਬਿਲਕੁਲ ਸ਼ੁਕਰ ਕਿਵੇਂ ਤੁਸੀਂ ਸੋਚਿਆ ਸੀਗਾ, ਪਹਿਲਾਂ ਪਲਾਨ ਸੀ ਕੁਛ ਬਰਾੜ ਸਾਹਿਬ ਉਹਨਾਂ ਦੇ ਹੁੰਦਿਆਂ ਤੁਸੀਂ, ਜਾਂ ਹੁਣ ਬਾਅਦ ਦੇ ਵਿੱਚ ਆ ਕੇ ਸਵਿਤਾਜ ਦਾ ਖੁਦ ਮਨ ਬਣਿਆ ਜਾਂ ਤੁਸੀਂ ਗਾਈਡ ਕੀਤਾ? ਹਾਂ, ਐਕਚੁਅਲੀ ਬੱਚਿਆਂ ਨੂੰ ਤਾਂ ਸਾਡਾ ਸ਼ੁਰੂ ਤੋਂ ਇਹ ਸੀ ਕਿ ਜੋ ਵੀ ਤੁਸੀਂ ਬਣਨਾ ਚਾਹੁੰਦੇ ਹੋ ਤੁਹਾਡੇ ਤੇ ਅਸੀਂ ਤੁਹਾਡੇ ਨਾਲ ਆ। ਹਾਂ, ਕੋਈ ਉਹਨਾਂ ਨੂੰ ਬੰਦਿਸ਼ ਨਹੀਂ ਸੀ, ਕੁਛ ਨਹੀਂ ਸੀ ਜੀ। ਤਾਂ ਬੇਟੀ ਦਾ ਤਾਂ ਛੋਟੀ ਜੀ ਹੁੰਦੀ ਤੋਂ ਹੀ ਇੱਧਰਲੇ ਪਾਸੇ ਸੀਗਾ। ਈਵਨ ਪਾਪਾ ਦੇ Song ਗਾਉਂਦੀ ਹੁੰਦੀ ਸੀ, ਐਕਸ਼ਨ ਕਰਨੇ ਜਾਂ ਕੁਛ ਵੀ, ਮਤਲਬ ਉਹ ਬਹੁਤ ਜ਼ਿਆਦਾ ਸੀ ਇਸ ਪਾਸੇ। ਬੇਟਾ ਟੋਟਲੀ ਉਲਟ ਸੀਗਾ, ਉਹ ਸਪੋਰਟਸ ਬॉय ਸੀਗਾ। ਉਹਨੇ ਸਪੋਰਟਸ ਤਾਇਕਵਾਂਡੋ 'ਚ ਜਿਵੇਂ ਉਹ ਨੈਸ਼ਨਲ ਲੈਵਲ ਤੱਕ ਖੇਡਿਆ, 골ਡ ਮੈਡਲ ਲਏ ਹੋਇਆ ਉਹਨੇ, ਤਾਂ ਉਹਨੂੰ ਸਪੋਰਟਸ ਦਾ ਸੀ। ਮੈਨੂੰ ਇਹ ਸੀ ਕਿ ਇਹ ਤਾਂ ਨਹੀਂ ਇਸ ਲਾਈਨ 'ਚ ਜਾਊਗਾ, ਬਟ ਸਡਨਲੀ +1 +2 ਦੇ ਵਿੱਚ, +2 'ਚ ਉਹਦੇ ਸਕੂਲ 'ਚ ਕੋਈ ਜਿੱਦਾਂ ਫੰਕਸ਼ਨ ਹੋ ਰਿਹਾ ਸੀਗਾ, ਵੈਲਫੇਅਰ ਪਾਰਟੀ ਜੀ, ਤਾਂ ਮੈਂ ਉੱਥੇ, ਇਹਨਾਂ ਨੇ ਤਿਆਰੀ ਤੁਰੀ ਕੀਤੀ, ਸਾਨੂੰ ਪੇਰੈਂਟਸ ਵੀ ਬੁਲਾਏ ਸੀਗੇ। ਅੱਛਾ। ਸੋ ਮੈਂ ਗਈ, ਮੈਂ ਇਹਨੂੰ ਉੱਥੇ ਸਟੇਜ ਤੇ ਪਹਿਲੀ ਵਾਰੀ ਸੁਣਿਆ, ਔਰ ਮੈਂ ਸੁਣ ਕੇ ਮੈਂ ਹਾਲੇ ਦੁਆਲੇ ਦੇਖ ਰਹੀ ਕਿ ਆਵਾਜ਼ ਕੀ ਆ, ਮਤਲਬ ਮੈਨੂੰ ਇੰਨੀ ਵਧੀਆ ਆਵਾਜ਼ ਲੱਗੀ, ਬੜਾ ਸਭ ਦਾ ਟੱਚ। ਹਾਂ, ਅੱਛਾ। ਤਾਂ ਉਹ ਸਡਨਲੀ ਚੇਂਜ ਹੋਇਆ। ਬਾਕੀ ਉਹਨੂੰ ਇਨਸਟਰੂਮੈਂਟਸ ਦਾ ਕਾਫੀ ਹੈਗਾ, ਉਹ ਸਾਰਾ ਕੁਝ ਕਰ ਲੈਂਦਾ, ਪਤਾ ਨਹੀਂ ਕੁਦਰਤੀ ਜਿੱਦਾਂ ਜੀਨਸ ਦੇ ਵਿੱਚ ਹੁੰਦਾ ਆ, ਗਿਟਾਰ, ਤਬਲੇ ਐਂਡ ਡਰਮਸ ਐਂਡ ਕਾਫੀ ਕੁਛ ਉਹ ਕਰ ਲੈਂਦਾ ਹੈ। ਮੈਂ ਦੇਖਿਆ ਜੋਸ਼ ਦਾ ਜਿਹੜਾ ਚਿਹਰਾ ਮੋਹਰਾ ਉਹਨਾਂ ਦੀ ਆਵਾਜ਼ ਦਾ ਉਹੀ ਦਮਦਾਰ ਆਵਾਜ਼, ਹਾਂ, ਇੱਕ ਲੁੱਕ ਆਉਂਦੀ ਹੈ ਵਿੱਚ, ਝਲਕ ਉਹੀ ਪੈਂਦੀ ਹੈ। ਸੋ ਹੁਣ ਸ਼ਾਇਦ ਵੈਸੇ ਮੈਂ ਇਹਨਾਂ ਦੀ ਸਟੱਡੀ ਹੋ ਰਹੀ ਹੈ, ਇਹਨਾਂ ਦੀ ਯੂਕੇ ਤੋਂ, ਔਰ ਕੋਰਸਪੋਂਡੈਂਸ ਸਾਈਕੋਲੋਜੀ 'ਚ ਕਰ ਰਹੇ ਦੋਨੋਂ ਹੀ। ਅੱਛਾ। ਡਿਗਰੀ। ਤਾਂ ਮੈਨੂੰ ਇਹ ਆ ਕਿ ਤੁਸੀਂ ਸਟੱਡੀ ਜ਼ਰੂਰ ਕੰਪਲੀਟ ਕਰੋ, ਬਹੁਤ ਜ਼ਰੂਰੀ ਹੈ। ਹਾਂ ਬਿਲਕੁਲ। ਐਂਡ ਸਵਿਤਾਜ ਤਾਂ ਤੁਹਾਡੇ ਸਾਹਮਣੇ, ਉਹਦੇ ਤਾਂ ਕਾਫੀ ਪ੍ਰੋਜੈਕਟ ਆ ਵੀ ਚੁੱਕੇ ਆ, ਤਾਂ ਬੇਟੇ ਨੂੰ ਵੀ ਅਸੀਂ ਲਾਂਚ ਕਰਾਂਗੇ ਅੱਛੇ ਢੰਗ ਨਾਲ। ਸਵਿਤਾਜ ਦਾ ਜਿਹੜਾ ਹੁਣ ਤੱਕ ਦਾ ਕੰਮ ਆ, ਲੋਕਾਂ ਨੇ ਬੜਾ ਪਿਆਰ ਦਿੱਤਾ ਹੈ ਨਾ, ਤੇ ਤੁਸੀਂ ਕੁਝ ਖਾਸ ਉਹਨੂੰ ਦੱਸਦੇ ਹੁੰਦੇ ਹੋ ਇੰਡਸਟਰੀ ਨੂੰ ਲੈ ਕੇ, ਕਿਉਂਕਿ ਬਰਾੜ ਸਾਹਿਬ ਹੋਣਾ ਵੇਲੇ ਦੇ ਤੁਹਾਡੇ ਕੋਲੇ ਬਹੁਤ ਕੌੜੇ ਮਿੱਠੇ ਤਜਰਬੇ ਹੋਣਗੇ, ਕਿਵੇਂ ਵਿਚਰਨਾ, ਕਿਵੇਂ ਰਹਿਣਾ, ਕਿਵੇਂ ਬਚਣਾ, ਕਿਵੇਂ ਅੱਗੇ ਵਧਣਾ। ਬਿਲਕੁਲ ਸੁਣਿਆ। ਮੈਂ ਇਹ ਕਹੂੰਗੀ ਕਿ ਕੋਈ ਵੀ ਪ੍ਰੋਫੈਸ਼ਨ ਹੈ, ਚਾਹੇ ਕੋਈ ਵੀ ਹੈ, ਚੰਗੇ ਮਾੜੇ ਲੋਕ ਹਰ ਪ੍ਰੋਫੈਸ਼ਨ 'ਚ ਹੁੰਦੇ ਆ, ਸਿਰਫ ਇਸ ਇੰਡਸਟਰੀ 'ਚ ਨਹੀਂ, ਬਲਕਿ ਮੈਨੂੰ ਤਾਂ ਇੰਡਸਟਰੀ ਸਗੋਂ ਵਧੀਆ ਲੱਗਦੀ ਹੈ। ਮੇ ਬੀ ਬਰਾੜ ਸਾਹਿਬ ਕਰਕੇ ਸਾਨੂੰ, ਅਸੀਂ ਜਿੱਥੇ ਜਾਂਦੇ ਆ ਬਹੁਤ ਰਿਸਪੈਕਟ ਮਿਲਦੀ ਆ। ਕਦੇ ਵੀ ਕੋਈ ਇਹੋ ਜਿਹਾ ਮੈਨੂੰ ਨਹੀਂ ਲੱਗਦਾ ਕਿ ਸਾਡੇ ਨਾਲ ਇੰਸੀਡੈਂਟ ਹੋਇਆ ਹੈ ਕਿ ਅਸੀਂ, ਮੈਨੂੰ ਚੰਗਾ ਨਾ ਲੱਗਿਆ ਹੋਵੇ। ਜਿੱਥੇ ਵੀ ਜਾਈਏ ਬਹੁਤ ਜ਼ਿਆਦਾ ਰਿਸਪੈਕਟ ਮਿਲਦੀ ਆ, ਔਰ ਇਹਦੇ ਲਈ ਬਰਾੜ ਸਾਹਿਬ ਦੇ ਸ਼ੁਕਰਗੁਜ਼ਾਰ ਹਾਂ ਅਸੀਂ। ਬੜੀ ਇੱਜ਼ਤ ਮਾਣ ਦੇ ਕੇ ਗਏ ਸਾਨੂੰ, ਹੈ ਨਾ, ਸਾਡੇ ਹਿੱਸੇ ਦਾ ਛੱਡ ਕੇ ਗਿਆ ਜਿਹੜਾ। ਤਾਂ ਬਾਕੀ ਅਲਰਟ ਰਹਿਣਾ ਤਾਂ ਹਰ ਪ੍ਰੋਫੈਸ਼ਨ 'ਚ, ਉਹ ਤਾਂ ਮਤਲਬ ਓਬਵੀਅਸ ਹੈ ਕਿ ਤੁਸੀਂ ਅਲਰਟ ਰਹੋਗੇ ਕਿ ਪਤਾ ਨਹੀਂ ਕਿੱਥੇ ਕਿਹੋ ਜਿਹੇ ਲੋਕ ਮਿਲ ਜਾਣੇ ਆ। ਬਟ ਬਾਕੀ ਆਪਦੀ ਸੋਚ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੋ ਜਿਹੇ ਹੋ, ਤੁਸੀਂ ਆਪ ਕਿਹੋ ਜਿਹੇ ਹੋ, ਕਿੱਦਾਂ ਰਹਿਣਾ ਹੈਗਾ ਆ। ਦੈਨ ਲੋਕ ਤੁਹਾਡੇ ਨਾਲ ਉਹੋ ਜਿਹੇ ਹੋ ਜਾਂਦੇ ਆ। ਜੇ ਤੁਸੀਂ ਚੰਗੇ ਹੋ, ਤੁਹਾਡੇ ਵਿਚਾਰ ਚੰਗੇ ਆ, ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਚੰਗੇ ਤੇ ਚੰਗੇ ਵਿਚਾਰਾਂ ਵਾਲੇ ਲੋਕ ਹੀ ਮਿਲਦੇ ਆ। ਸੋ ਅੱਜ ਪਰਮਾਤਮਾ ਸ਼ੁਕਰ, ਕੋਈ ਪ੍ਰੋਬਲਮ ਨਹੀਂ ਆਈ ਕਦੇ। ਅੱਛਾ, ਮੇਰਾ ਆਖਰੀ ਸਵਾਲ ਆ ਤਕਰੀਬਨ, ਤੁਸੀਂ ਇੱਕ ਬਰਾੜ ਸਾਹਿਬ ਨਾਲ ਜਦੋਂ ਕਦੇ ਉਹਨਾਂ ਦਾ ਗਾਣਾ ਆਉਂਦਾ ਸੀ, ਜਾਂ ਉਹ ਤਾਂ ਟੇਪ ਹੀ ਆਉਂਦੀ ਹੁੰਦੀ ਸੀ, ਇਕੱਠੇ ਗਾਣੇ ਆਉਂਦੇ ਸੀਗੇ, ਤੇ ਕਦੇ ਉਹਨਾਂ ਨੇ ਤੁਹਾਨੂੰ ਕਿਹਾ ਹੋ ਘਰੇ ਆ ਕੇ ਵੀ ਆਹ ਆਪਾਂ ਗਾਣਾ ਸੁਣੋ ਮੇਰਾ, ਜਾਂ ਆਹ ਗਾਣਾ ਆਪਣਾ ਆ ਗਿਆ ਵੀ ਮੈਥੋਂ ਗਲਤੀ ਹੋ ਗਈ, ਆਪਾਂ ਗਲਤ ਗਾਤਾ, ਜਾਂ ਗਾਉਣਾ ਨਹੀਂ ਸੀ ਚਾਹੀਦਾ, ਜਾਂ ਦਾ ਰਿਸਪੌਂਸ ਸਹੀ ਨਹੀਂ ਆ, ਕਦੇ ਇਦਾਂ ਹੋਇਆ ਵੀ ਕਿਤੇ ਉਹਨਾਂ ਨੂੰ ਮਹਿਸੂਸ ਹੋਇਆ ਹੋਵੇ ਆਪਣੇ ਗਾਣਿਆਂ ਨੂੰ ਲੈ ਕੇ? ਮੈਨੂੰ ਲੱਗਦਾ ਕੋਈ ਗਾਣਾ ਹੈ ਹੀ ਨਹੀਂ ਇਹੋ ਜਿਹਾ ਉਹਨਾਂ ਦਾ, ਮਤਲਬ ਮੈਂ ਧਿਆਨ ਨਾਲ ਸੋਚਾਂ ਵੀ ਤੇ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਇਹੋ ਜਿਹਾ Song ਬਰਾੜ ਸਾਹਿਬ ਦਾ ਕਿ ਜਿਹੜਾ ਆਪਾਂ ਫੈਮਿਲੀ 'ਚ ਬੈਠ ਕੇ ਨਹੀਂ ਸੁਣ ਸਕਦੇ। ਤਾਂ ਇਹ ਤਾਂ ਕਦੇ ਨਹੀਂ, ਬਸ ਸੁਣਾਉਂਦੇ ਹੁੰਦੇ ਸੀ ਲਾਈਨਾਂ। ਹਾਂ, ਕਈ ਵਾਰੀ ਮੈਂ ਵੀ ਥੋੜੀ ਵਿੱਚ ਕਰੈਕਸ਼ਨ ਕਰ ਦਿੰਦੀ ਆ ਨਾ, ਆਹ ਰਵਾਨਗੀ ਆਹ ਵਾਲੀ ਇਸ ਵਰਡ 'ਚ ਤੁਸੀਂ ਆਹ ਕਰ ਦਿਓ ਤਾਂ ਅੱਛੀ ਗੱਲ ਹੈ। ਤਾਂ ਬਾਕੀ Song ਤਾਂ ਮੈਨੂੰ ਨਹੀਂ ਲੱਗਦਾ ਕੋਈ ਉਹਨਾਂ ਦਾ ਇਹੋ ਜਿਹਾ ਸੀ ਕਿ ਜਿਹੜਾ ਮਤਲਬ ਜਿਹਨੂੰ ਐ ਸੋਚਿਆ ਜਾਵੇ ਕਿ ਆਹ ਨਹੀਂ ਸੀ ਕਰਨਾ, ਗਲਤ ਹੋ ਗਿਆ। ਆਲਮੋਸਟ ਸੋਹਣੇ ਸੀਗੇ Song, ਬਹੁਤ ਪਿਆਰੇ, ਅਲੱਗ ਜਿਹੇ ਹੁੰਦੇ ਸੀ ਉਹਨਾਂ ਦੇ। ਹਾਂ ਬਿਲਕੁਲ। ਭੈਣ ਜੀ, ਬਹੁਤ ਸਾਰੀਆਂ ਗੱਲਾਂ ਬਾਤਾਂ ਆਪਾਂ ਬਰਾੜ ਸਾਹਿਬ ਦੀ ਜ਼ਿੰਦਗੀ ਬਾਰੇ ਕੀਤੀਆਂ। ਜਾਂਦੇ ਜਾਂਦੇ ਇੰਨਾ ਜ਼ਰੂਰ ਦੱਸੋ ਵੀ ਹੁਣ ਜਦੋਂ ਕਦੇ ਬਰਾੜ ਸਾਹਿਬ ਨੂੰ ਤੁਸੀਂ ਯਾਦ ਕਰਦੇ ਹੋ, ਜਾਂ ਕਦੇ ਲੋੜ ਪੈਂਦੀ ਆ, ਕਦੇ ਲੱਗਦਾ ਵੀ ਇੰਡਸਟਰੀ 'ਚ ਸਾਨੂੰ ਇਹ ਕੰਮ ਆ ਜਾਂ ਇਸ ਵਕਤ ਖੜਨ ਦੀ ਲੋੜ ਆ, ਇੰਡਸਟਰੀ ਵਾਲੇ ਜਿਹੜੇ ਗਾਇਕ ਨੇ ਜਾਂ ਹੋਰ ਭਾਈਚਾਰਾ ਗਾ ਤੁਹਾਡੇ ਨਾਲ ਪੂਰਾ ਖੜਦਾ ਨਜ਼ਰ ਆਉਂਦਾ? ਤੁਸੀਂ ਖੁਸ਼ ਹੋ ਸਾਰੇ ਆਲੇ ਦੁਆਲੇ ਤੋਂ? ਹਾਂ, ਐਕਚੁਅਲੀ ਕਹਿੰਦੇ ਹੁੰਦੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਮੈਂ ਆਪਦੇ ਬੱਚਿਆਂ 'ਚੋਂ ਸਾਰੀ ਦੁਨੀਆ ਦੇਖਦੀ ਹਾਂ। ਅਸੀਂ ਬਹੁਤ ਖੁਸ਼ ਹਾਂ ਤਿੰਨੋਂ। ਤਾਂ ਬਰਾੜ ਸਾਹਿਬ ਦੇ ਜਾਣ ਤੋਂ ਬਾਅਦ ਸ਼ਾਇਦ ਕੁਛ ਰੀਜ਼ਨ ਕਰਕੇ, ਜਾਂ ਹਰ ਕੋਈ ਸੋਚਦਾ ਵੀ ਅਸੀਂ ਕੀ ਕਹੀਏ, ਜਾ ਕੇ ਕਿਵੇਂ ਜਾਈਏ, ਬੱਚੇ ਵੀ ਛੋਟੇ ਸੀ, ਹਰ ਇੱਕ ਦੀਆਂ ਆਪਦੀਆਂ ਪ੍ਰੋਬਲਮਸ ਹੁੰਦੀਆਂ। ਮੈਨੂੰ ਬੜੇ ਸ਼ਿਕਵੇ ਸ਼ਿਕਾਇਤਾਂ ਰਹੇ ਆ ਸਟਾਰਟਿੰਗ 'ਚ, ਪਰ ਹੁਣ ਮੈਨੂੰ ਕਿਸੇ ਨਾਲ ਕੋਈ ਸ਼ਿਕਵਾ ਸ਼ਿਕਾਇਤ ਨਹੀਂ ਹੈ। ਪਹਿਲਾਂ ਮਨ ਹੁੰਦਾ ਸੀ, ਮੈਨੂੰ ਇਦਾਂ ਹੁੰਦਾ ਸੀਗਾ ਕਿ ਬਰਾੜ ਸਾਹਿਬ ਨੇ ਇਸ ਇੰਡਸਟਰੀ ਨੂੰ ਇੰਨਾ ਦਿੱਤਾ, ਇੰਨੇ ਆਰਟਿਸਟ ਪੈਦਾ ਕੀਤੇ ਆ, ਮਤਲਬ
ਕਮ ਸੇ ਕਮ ਜਿਨ੍ਹਾਂ ਨੂੰ ਸਟੈਂਡ ਕੀਤਾ ਹੈ ਉਹ ਤੇ ਘੱਟੋ ਘੱਟ ਆ ਕੇ ਪੁੱਛਦੇ ਸਾਨੂੰ ਨਾ, ਉਹ ਤੇ ਸਾਡੇ ਕੋਲ ਆਉਂਦੇ। ਸੋ ਹੁਣ ਮੈਨੂੰ ਉਹਨਾਂ ਨਾਲ ਵੀ ਕੋਈ ਸ਼ਿਕਵਾ ਸ਼ਿਕਾਇਤ ਨਹੀਂ। ਠੀਕ ਹੈ, ਓਕੇ, ਉਹਨਾਂ ਦੀ ਲਾਈਫ, ਉਹਨਾਂ ਦੀ ਮਰਜ਼ੀ ਹੈ, ਠੀਕ ਹੈ। ਜਿਹੋ ਜੀ ਦੀ ਸੈਂਸ ਹੈ, ਜਿਹੋ ਜੀ ਦੀ ਸਮਝ ਹੈ, ਉਹਨੇ ਉਨਾ ਹੀ ਵਰਤਣਾ ਵਰਤਾਉਣਾ ਹੁੰਦਾ, ਉਹਨੇ ਉਨਾ ਹੀ ਬੋਲਣਾ ਹੁੰਦਾ ਕਿਸੇ ਨਾਲ, ਹੈ ਨਾ। ਬਿਲਕੁਲ। ਤਾਂ ਹੁਣ ਪਰਮਾਤਮਾ ਦਾ ਸ਼ੁਕਰ ਹੈ, ਮੇਰੇ ਬੱਚੇ ਮੇਰੇ ਤੋਂ ਵੀ ਉੱਚੇ ਉੱਚੇ ਹੋਏ ਪਏ ਆ। ਸੋ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਕਿਸੇ ਦੀ ਕੋਈ ਫਿਕਰ ਨਹੀਂ ਆ। ਮੇਰੇ ਬੱਚਿਆਂ ਨੂੰ ਪਰਮਾਤਮਾ ਤੰਦਰੁਸਤੀ ਦੇਵੇ ਤੇ ਇਹਨਾਂ ਨੂੰ ਕਾਮਯਾਬੀ ਦੇਵੇ। ਅਸੀਂ ਵੀ ਇਹੋ ਦੁਆ ਕਰਦੇ ਹਾਂ ਕਿ ਬਰਾੜ ਸਾਹਿਬ ਵਾਂਗੂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਬੱਚੇ ਅੱਗੇ ਵਧਣ। ਬਰਾੜ ਸਾਹਿਬ ਨੇ ਜਵਾਨੀ ਜਿੰਦਾਬਾਦ ਦੀ ਗੱਲ ਕੀਤੀ ਸੀ, ਤੇ ਜਿੰਦਾਬਾਦ ਹੀ ਰਹੇ ਜ਼ਿੰਦਗੀ, ਤੇ ਜਿੰਦਾਬਾਦ ਹੀ ਰਹਿਣੀ ਚਾਹੀਦੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ, ਤੁਸੀਂ ਸਾਨੂੰ ਡੇਲੀ ਆਵਾਜ਼ ਤੇ ਸਮਾਂ ਦਿੱਤਾ। ਸ਼ੁਕਰੀਆ ਵੀਰੇ, ਸ਼ੁਕਰੀਆ। ਇਹ ਸੀ ਸਾਡੀ ਗੱਲਬਾਤ ਬਿੰਦੂ ਬਰਾੜ ਹੋਣਾ ਦੇ ਨਾਲ। ਰਾਜ ਬਰਾੜ ਦੀ ਜ਼ਿੰਦਗੀ ਬਾਰੇ ਉਹਨਾਂ ਨੇ ਢੇਰ ਸਾਰੀਆਂ ਗੱਲਾਂ ਬਾਤਾਂ ਕੀਤੀਆਂ। ਉਮੀਦ ਹੈ ਸਾਡੀ ਇਹ ਗੱਲਬਾਤ ਤੁਹਾਨੂੰ ਡੇਲੀ ਆਵਾਜ਼ ਤੇ ਕੀਤੀ ਹੋਈ ਪਸੰਦ ਆਵੇਗੀ। ਮੈਨੂੰ ਬਿੱਟੂ ਚੱਕ ਵਾਲੇ ਹੁੰਦੇ ਹੋ ਇਜਾਜ਼ਤ, ਫੇਰ ਮਿਲਦੇ ਹਾਂ।